ਗੁਰਬਾਣੀ ਖੇਤੀਬਾੜੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਸਰਬਜੀਤ ਸਿੰਘ ਸਿੱਧੂ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਇਸ ਲਈ ਜਦੋਂ ਵੀ ਇੱਥੇ ਕੋਈ ਬੱਚਾ ਜਨਮ ਲੈਂਦਾ ਸੀ ਤਾਂ ਇਹ ਤੈਅ ਹੁੰਦਾ ਸੀ ਕਿ ਇਸਨੇ ਖੇਤੀ ਕਰਨੀ ਹੈ। ਪਰ ਹੌਲੀ ਹੌਲੀ ਜਦੋਂ ਪੜ੍ਹਾਈ ਆਈ, ਕਿਸਾਨ ਦਾ ਪੁੱਤ ਬਾਹਰ ਪੜ੍ਹਨ ਚਲਿਆ ਗਿਆ, ਸ਼ਹਿਰਾਂ ਦੇ ਵਿੱਚ ਕਾਲਜਾਂ ਦੇ ਵਿੱਚ ਡਿਗਰੀਆਂ ਕੀਤੀਆਂ ਤਾਂ ਸੋਚਾਂ ਬਦਲ ਗਈਆਂ। ਬਹੁਤ ਸਾਰੇ ਕਿਸਾਨ ਹੀ ਆਪਣੇ ਪੁੱਤਰਾਂ ਨੂੰ ਇਹ ਕਹਿੰਦੇ ਸੀ ਕਿ ਖੇਤੀ ਦੇ ਵਿੱਚ ਕੁਝ ਨਹੀਂ ਬਚਦਾ, ਤੂੰ ਜਾਂ ਤਾਂ ਸਰਕਾਰੀ ਪ੍ਰਾਈਵੇਟ ਨੌਕਰੀ ਕਰ ਲੈ ਜਾਂ ਬਾਹਰਲੇ ਮੁਲਕਾਂ ਨੂੰ ਚਲਿਆ ਜਾ। ਪਰ ਹੁਣ ਸਮਾਂ ਬਦਲ ਗਿਆ ਹੈ। ਬਹੁਤ ਸਾਰੇ ਕਿਸਾਨਾਂ ਦੇ ਪੁੱਤ ਚੰਗੀਆਂ ਡਿਗਰੀਆਂ ਕਰਨ ਤੋਂ ਬਾਅਦ ਵਾਪਸ ਆਪਣੇ ਪਿੰਡ ਪਰਤੇ, ਆਪਣੇ ਖੇਤਾਂ 'ਚ ਪਰਤੇ ਹੈ ਖੇਤੀ ਕਰਨ ਵਾਸਤੇ। ਅੱਜ ਅਸੀਂ ਪਹੁੰਚੇ ਹਾਂ ਬਰਨਾਲੇ ਜ਼ਿਲ੍ਹੇ ਦੇ ਪਿੰਡ ਕੱਟੂ 'ਚ, ਜਿੱਥੇ ਮੁਲਾਕਾਤ ਕਰਾਂਗੇ ਅਤਿੰਦਰਪਾਲ ਸਿੰਘ ਨਾਲ। ਅਤਿੰਦਰਪਾਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਪਣੀ MSc ਦੀ ਡਿਗਰੀ ਹਾਸਲ ਕੀਤੀ ਤੇ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵਾਪਸ ਪਿੰਡ ਆਏ ਤੇ ਇੱਥੇ ਨਵੇਂ ਤਰੀਕੇ ਨਾਲ, ਵੱਖਰੇ ਢੰਗ ਨਾਲ ਖੇਤੀਬਾੜੀ ਸ਼ੁਰੂ ਕੀਤੀ ਤਾਂ ਜੋ ਆਪਣੇ ਪਿਤਾ ਨਾਲ ਵੀ ਹੱਥ ਵਟਾਇਆ ਜਾ ਸਕੇ ਤੇ ਇੱਕ ਨਵੀਂ ਉਦਾਹਰਨ ਸੈੱਟ ਕੀਤੀ ਜਾ ਸਕੇ। ਆਜੋ ਮੁਲਾਕਾਤ ਕਰਦੇ ਹਾਂ ਅਤਿੰਦਰਪਾਲ ਸਿੰਘ ਨਾਲ। ਆਓ ਜੀ ਬਾਈ ਜੀ, ਵੈਲਕਮ ਜੀ। ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਲੱਗਿਆ ਇੱਥੇ। ਤੁਸੀਂ ਤਾਂ ਬੜੀ ਹਰਿਆਵਲ 'ਚ ਬੈਠੇ ਹੋ। ਜ਼ਿਆਦਾਤਰ ਤਾਂ ਆਪਾਂ ਜਦੋਂ ਵੀ ਪੰਜਾਬ ਦੇ ਵਿੱਚ ਤੁਰਦੇ ਹਾਂ ਕਣਕ ਅਤੇ ਝੋਨਾ ਹੀ ਵੇਖਦੇ ਹਾਂ, ਪਰ ਜਦੋਂ ਬਦਲਵੀਂ ਕੋਈ ਫਸਲ ਵੇਖੀ ਜਾਂਦੀ ਹੈ ਤਾਂ ਰੂਹ ਹੋਰ ਖੁਸ਼ ਹੁੰਦੀ ਹੈ, ਹੈ ਨਾ। ਆਸੇ ਪਾਸੇ ਲੱਗ ਰਿਹਾ ਹਲਦੀ ਲੱਗੀ ਹੋਈ ਹੈ, ਹਲਦੀ ਦੀ ਖੇਤੀ ਕਰਦੇ ਹੋ ਤੁਸੀਂ। ਚਲੋ, ਗੱਲ ਇਹ ਹੈ ਜਿੱਦਾਂ ਕਿ ਤੁਹਾਡੇ ਕੋਲੇ ਆਉਣ ਦਾ ਸਬੱਬ ਬਣਿਆ, ਬਹੁਤੇ ਆਪਣੇ ਜਿਹੜੇ ਨੌਜਵਾਨ ਆ ਨਾ, ਉਹ ਪੜ੍ਹ ਲਿਖ ਜਾਂਦੇ ਹੈ, ਉਹਨਾਂ ਨੂੰ ਇਹ ਲੱਗਦਾ ਵੀ ਖੇਤੀ ਤਾਂ ਕੰਮ ਦੀ ਚੀਜ਼ ਨਹੀਂ ਹੈਗੀ, ਕਿਉਂਕਿ ਮਾਪਿਓ ਵੀ ਚਾਹੇ ਬਹੁਤ ਸਾਲਾਂ ਤੋਂ ਉਹਦੇ ਨਾਲ ਜੁੜੇ ਹੋਏ ਆ, ਪਰ ਇਹੀ ਸੋਚਦੇ ਵੀ ਇਹ 'ਚ ਡੱਕਾ ਨਹੀਂ ਹੈਗਾ, ਕੁਝ ਨਹੀਂ ਕਰਨਾ ਹੈਗਾ, ਪੜ੍ਹੋ ਲਿਖੋ ਤੇ ਜਾਂ ਬਾਹਰ ਨਿਕਲੋ ਜਾਂ ਨੌਕਰੀਆਂ ਕਰੋ ਇੱਥੇ। ਬਿਲਕੁਲ। ਤੁਸੀਂ ਪੜ੍ਹੇ, ਹੈ ਨਾ, ਡਿਗਰੀਆਂ ਵੀ ਕੀਤੀਆਂ, ਡਿਗਰੀਆਂ ਕਰਨ ਤੋਂ ਬਾਅਦ ਵਾਪਸ ਪਿੰਡ ਆ ਕੇ ਖੇਤੀ ਕਰਨ, ਇਹਦਾ ਕੀ ਪੂਰਾ ਮਸਲਾ ਹੈ? ਘਰਦਿਆਂ ਨੇ ਨਹੀਂ ਰੋਕਿਆ ਟੋਕਿਆ ਵੀ ਭਾਈ ਤੂੰ ਨੌਕਰੀ ਕਰ ਜਾਂ ਕੀ? ਇਹਦੇ ਬਾਰੇ ਸਮਝਾਓ। ਮੈਂ ਜੀ ਦੇਖੋ, ਮੇਰੇ ਫਾਦਰ ਸਾਹਿਬ ਤਾਂ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਆ ਵੀ ਦੇਖੋ, ਅਸੀਂ ਮਤਲਬ ਸਾਡਾ ਫਰਜ਼ ਹੁੰਦਾ ਤੁਹਾਨੂੰ ਮਤਲਬ ਤੁਹਾਡੀ ਪਰਵਰਿਸ਼ ਕਰਨੀ ਤੇ ਤੁਹਾਨੂੰ ਫੈਸਲੇ ਲੈਣ ਦੇ ਕਾਬਿਲ ਬਣਾਉਣਾ। ਫੈਸਲੇ ਤੁਸੀਂ ਆਪ ਲੈਣੇ ਆ ਤੇ ਇਸ ਕਰਕੇ ਜੀ ਮੈਨੂੰ ਮਤਲਬ ਘਰੋਂ ਕੋਈ ਰੋਕ ਟੋਕ ਜਾਂ ਮਤਲਬ ਉਦਾਂ ਦੀ ਕੋਈ ਗੱਲ ਨਹੀਂ ਮਤਲਬ ਹੋਈ। ਅੱਛਾ। ਤੇ ਮੈਂ ਜੀ ਮਤਲਬ ਜਦੋਂ ਹਜੇ ਮੈਂ ਆਪਣੀ ਡਿਗਰੀ ਕਰ ਰਿਹਾ ਸੀਗਾ PAU ਦੇ ਵਿੱਚ, ਤਾਂ ਮਤਲਬ ਮੇਰਾ ਪਹਿਲਾਂ ਤੋਂ ਕੰਪਿਊਟਰ ਦੇ ਵਿੱਚ ਕਾਫੀ ਜ਼ਿਆਦਾ ਇੰਟਰਸਟ ਰਿਹਾ ਤੇ ਮੈਂ ਕਮਰਸ਼ੀਅਲ ਮਤਲਬ ਕੰਮ ਕਰਨਾ ਸ਼ੁਰੂ ਕੀਤਾ ਜੀ ਕੰਪਿਊਟਰ ਐਜ਼ ਅ ਫਰੀਲਾਂਸਰ। ਹਾਂਜੀ, ਮਤਲਬ ਕਿਸੇ ਕੰਪਨੀ ਲਈ, ਜਾਣੀ ਫਰੀਲਾਂਸਰ ਕੀ ਆ ਵੀ ਤੁਸੀਂ ਕਿਸੇ ਕੰਪਨੀ ਲਈ ਜੌਬ ਨਹੀਂ ਕਰਦੇ, ਪ੍ਰੋਜੈਕਟ ਬੇਸਿਸ ਸਾਡੇ ਕੋਲ ਕੰਮ ਆਉਂਦਾ ਤੇ ਤੁਸੀਂ ਉਹਦੇ ਕੰਮ ਦੇ ਉੱਤੇ ਮਤਲਬ ਤੁਸੀਂ ਪੈਸੇ ਲਾਉਂਦੇ, ਤੁਸੀਂ ਕੰਮ ਕਰਦੇ ਹੋ ਉਹਨੇ ਕੋ ਪੈਸੇ ਦੇ ਦਿੰਦੇ ਆ, ਜਾਣੀ ਤੁਹਾਡਾ ਕੋਈ ਪੱਕਾ ਕੋਈ ਕੰਟਰੈਕਟ ਨਹੀਂ ਹੁੰਦਾ ਤੇ ਤੁਸੀਂ ਮਤਲਬ ਫ੍ਰੀ ਹੁੰਦੇ ਹੋ ਆਪਦੀ ਬਿੱਲ ਦੇ ਹਿਸਾਬ ਨਾਲ ਕੰਮ ਕਰਨ ਲਈ। ਤੇ ਮੈਂ ਉਹ ਕੰਮ ਮਤਲਬ ਕਾਫੀ ਸਾਲ ਇੱਕ ਆਪਦੇ ਦੋਸਤ ਨਾਲ ਮਿਲ ਕੇ ਅਸੀਂ ਕੰਪਨੀ ਵੀ ਚਲਾਉਂਦੇ ਰਹੇ ਆ, ਉਹ ਕੰਮ ਮੈਂ ਕਰਦਾ ਰਿਹਾ ਕਾਫੀ ਸਾਲਾਂ ਤੱਕ ਤੇ ਸਾਡਾ ਵਧੀਆ ਮਤਲਬ ਉਹ ਚੱਲ ਰਿਹਾ ਸੀਗਾ। ਤੇ ਪੜ੍ਹਾਈ ਦੇ ਸਮੇਂ ਵੀ ਆਪਦੀ ਰੋਟੀ ਆਪੇ ਤੋਰੀ ਤੁਸੀਂ? ਮੈਂ ਆਪਦੀ ਜਾਣੀ ਕਹਿ ਸਕਦਾ ਜੀ ਮੈਂ, ਕਿਉਂਕਿ ਮੈਂ ਜਦੋਂ ਮਤਲਬ BSc ਕਰ ਰਿਹਾ ਸੀਗਾ ਉਦੋਂ ਬਾਅਦ, ਉਦੋਂ ਤੋਂ ਮੇਰਾ ਇੰਟਰਸਟ ਸੀਗਾ, ਉਦੋਂ ਮੈਂ ਫ੍ਰੀ ਵੀ ਕੰਮ ਕਰਦਾ ਰਿਹਾ ਕਾਫੀ। ਤੇ ਉਸ ਤੋਂ ਬਾਅਦ ਮਤਲਬ ਜਦੋਂ ਮੈਂ ਮਾਸਟਰਸ 'ਚ ਆ ਗਿਆ, PAU ਪਹੁੰਚ ਗਿਆ ਤੇ ਉਸ ਤੋਂ ਬਾਅਦ ਮੈਂ ਮਤਲਬ ਕੰਮ ਕਰਦਾ ਰਿਹਾ, ਕਾਫੀ ਸਮਾਂ ਕੰਮ ਕੀਤਾ। ਮੈਂ ਹਜੇ ਵੀ ਕਰ ਰਿਹਾ ਜੀ ਹਜੇ, ਪਰ ਮੈਂ ਪਾਰਟ ਟਾਈਮ ਹੁਣ ਉਹਨੂੰ ਕਰਤਾ। ਅੱਛਾ, ਖੇਤੀਬਾੜੀ ਦੀ ਜਿਹੜੀ ਡਿਗਰੀ ਹੈ ਉਹ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ? ਹਾਂਜੀ ਬਿਲਕੁਲ, ਮੈਂ ਫਸਲ ਵਿਗਿਆਨ ਦੇ ਵਿੱਚ ਜੀ ਪੋਸਟ ਗ੍ਰੈਜੂਏਟ ਡਿਗਰੀ ਯੂਨੀਵਰਸਿਟੀ ਤੋਂ ਕੀਤੀ ਹੈ ਜੀ। ਅੱਛਾ। ਤੇ ਉਸ ਤੋਂ ਬਾਅਦ ਜੀ ਮੈਂ ਮਤਲਬ ਆ ਕੇ ਇੱਥੇ ਇੱਕ ਵਾਰ ਮਤਲਬ ਜਿਵੇਂ ਕਿ ਆਪਣੇ ਤੁਹਾਨੂੰ ਪਤਾ ਮਾਹੌਲ ਹੁੰਦਾ, ਪੜ੍ਹ ਕੇ ਆ ਗਏ, ਪੜ੍ਹ ਕੇ ਆ ਕੇ ਕੀ ਕਰਨਾ ਜੀ, ਨੌਕਰੀ ਲੱਭਣੀ ਆ। ਤੇ ਮੈਂ ਜੀ ਇੱਕ ਕਾਲਜ ਦੇ ਵਿੱਚ ਪੜ੍ਹਾਉਣਾ ਮਤਲਬ ਐਜ਼ ਅ ਬਤੌਰ ਪ੍ਰੋਫੈਸਰ ਪੜ੍ਹਾਉਣਾ ਸ਼ੁਰੂ ਕੀਤਾ ਜੀ। ਤੇ ਪੜ੍ਹਾਉਂਦੇ ਹੋਏ ਜੀ ਮਤਲਬ ਮੈਂ 1 ਸਾਲ ਤੱਕ ਉੱਥੇ ਪੜ੍ਹਾਇਆ, ਪਰ ਮੈਨੂੰ ਸੰਤੁਸ਼ਟੀ ਨਹੀਂ ਸੀ ਹੋ ਰਹੀ। ਹਾਲਾਂਕਿ ਮੈਂ ਪੜ੍ਹਾ ਵੀ ਰਿਹਾ ਸੀਗਾ ਤੇ ਉੱਧਰੋਂ ਮੇਰਾ ਕੰਪਿਊਟਰ ਦਾ ਕੰਮ ਵੀ ਚੱਲ ਰਿਹਾ ਸੀਗਾ, ਮੈਨੂੰ ਸਮਾਂ ਵੀ ਮਿਲਦਾ ਸੀ, ਮੈਂ ਉਹ ਕੰਮ ਵੀ ਆਪਦਾ ਪੂਰਾ ਜ਼ੋਰੋ ਸ਼ੋਰਾਂ ਨਾਲ ਕਰ ਰਿਹਾ ਸੀ। ਇਹੋ ਜਿਹੀ ਕੋਈ ਗੱਲ ਨਹੀਂ ਸੀ, ਨੌਕਰੀ ਦਾ ਕੋਈ ਚੱਕਰ ਨਹੀਂ, ਨੌਕਰੀ ਮਿਲ ਗਈ ਸੀ? ਨੌਕਰੀ ਮਿਲ ਗਈ ਸੀ ਜੀ। ਬਾਕੀ ਹੋਰ ਵੀ ਪੇਪਰ ਕਿੰਨੇ ਦੇਖੋ, ਆਪਾਂ ਜੇ ਤੁਸੀਂ PAU ਤੋਂ ਪੜ੍ਹ ਕੇ ਆਉਂਦੇ ਹੋ ਤਾਂ ਮਤਲਬ ਤੁਹਾਨੂੰ ਮਤਲਬ ਕੋਈ ਇਹੋ ਜਿਹੀ ਘਾਟ ਨਹੀਂ ਹੈ ਰੁਜ਼ਗਾਰ ਦੀ, ਰੁਜ਼ਗਾਰ ਲਿਆ ਜਾ ਸਕਦਾ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਰ ਉਹ ਸਾਰਾ ਕੁਛ ਕਰਦੇ ਕਰਦੇ, ਨੌਕਰੀ ਕਰਦੇ ਕਰਦੇ ਮਤਲਬ ਮੈਨੂੰ ਇੱਦਾਂ ਲੱਗ ਰਿਹਾ ਸੀਗਾ ਵੀ ਮਤਲਬ
ਤਸੱਲੀ ਨਹੀਂ ਸੀ ਹੋ ਰਹੀ, ਸੰਤੁਸ਼ਟੀ ਨਹੀਂ ਸੀ ਹੋ ਰਹੀ। ਤੇ ਇੱਕ ਜਿਵੇਂ ਜਿਵੇਂ ਮੈਂ ਹਾਲਾਤ ਦੇਖਦਾ ਸੀ, ਕਿਉਂਕਿ ਦੇਖੋ ਜ਼ਿਮੀਂਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਣ ਵਾਲਾ, ਮੇਰੀ ਮਤਲਬ ਪਿਛਲੀਆਂ ਸਾਰੀਆਂ ਪੁਸ਼ਤਾਂ ਹੀ ਖੇਤੀ ਨਾਲ ਜੁੜੀਆਂ ਰਹੀਆਂ ਨੇ, ਤਾਂ ਮਤਲਬ ਇੱਕ ਕਿਤੇ ਨਾ ਕਿਤੇ ਦੇਖੋ ਪੰਜਾਬੀ ਦੀ ਕਹਾਵਤ ਆ ਵੀ ਜਿਹੜੀ ਜ਼ਮੀਨ ਆ ਉਹ ਜੱਟ ਦੀ ਮਾਂ ਹੁੰਦੀ ਆ, ਤੇ ਵਾਕਈ ਸਾਡਾ ਇੱਕ ਇਮੋਸ਼ਨਲ ਕਨੈਕਸ਼ਨ ਵੀ ਆਪਦੇ ਮਤਲਬ ਖੇਤੀ ਦੇ ਨਾਲ, ਆਪਦੀਆਂ ਜ਼ਮੀਨਾਂ ਨਾਲ ਹੁੰਦਾ। ਤੇ ਉਹ ਸਾਰਾ ਕੁਝ ਦੇਖਦੇ ਹੋਏ ਤੇ ਦੇਖੋ ਮੈਂ ਇੰਟਰਨੈਸ਼ਨਲ ਪੱਧਰ ਤੇ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਲਈ ਕੰਮ ਕੀਤੇ ਆ, ਤੇ ਅਸੀਂ ਕਿੰਨੀ ਸਾਰੀਆਂ ਮਤਲਬ ਬਿਜ਼ਨਸ ਨਾਲ ਕੰਮ ਕੀਤਾ। ਤਾਂ ਸਾਰਾ ਕੁਝ ਦੇਖਦੇ ਸਾਨੂੰ ਮੈਨੂੰ ਇਹ ਮਹਿਸੂਸ ਹੋ ਰਿਹਾ ਸੀਗਾ ਵੀ ਜਿਹੜੀ ਸਾਡੀ ਖੇਤੀ ਆ ਮਤਲਬ ਇਹ ਆਧੁਨਿਕ ਕਿਉਂ ਨਹੀਂ ਹੋ ਰਹੀ। ਫਿਰ ਮੈਂ ਇਹਦੇ ਬਾਰੇ ਸੋਚਣਾ ਸ਼ੁਰੂ ਕੀਤਾ। ਕਾਫੀ ਮਤਲਬ ਯੂਨੀਵਰਸਿਟੀ ਨੂੰ ਮੈਂ ਕਈ ਸੌਫਟਵੇਅਰ ਫ੍ਰੀ ਬਣਾ ਕੇ ਦਿੱਤੇ ਨੇ, ਜਿਵੇਂ ਜਿਹੜੀਆਂ ਆਪਣੀਆਂ ਸੋਇਲ ਲੈਬਸ ਨੇ ਉਹਨਾਂ ਦਾ ਹੁਣ ਡਾਟਾ ਆਨਲਾਈਨ ਆਉਂਦਾ। ਪਹਿਲਾਂ ਉਹ ਚਿੱਠੀ ਰਾਹੀਂ ਭੇਜਿਆ ਜਾਂਦਾ ਸੀ ਫਾਰਮਰ ਨੂੰ, ਉਹ ਚਿੱਠੀ ਕਦੇ ਪਹੁੰਚਦੀ ਸੀ। ਹੁਣ ਤੁਸੀਂ ਉੱਥੇ ਸੈਂਪਲ ਦੇ ਕੇ ਆਓ ਤੇ ਆਪਦੇ 7 ਦਿਨਾਂ ਬਾਅਦ ਉਹਦਾ ਰਿਜ਼ਲਟ ਆ ਜਾਂਦਾ। ਤੁਸੀਂ ਆਪਦੇ ਮੋਬਾਈਲ ਤੇ ਖੋਲੋ ਤੇ ਤੁਹਾਡੀ ਸੋਇਲ ਦੀ ਰਿਪੋਰਟ ਤੁਹਾਡੇ ਸਾਹਮਣੇ ਆ ਜਾਂਦੀ ਹੈ। ਇਹੋ ਜਿਹੇ ਸੌਫਟਵੇਅਰ ਤੁਸੀਂ ਯੂਨੀਵਰਸਿਟੀ ਨੂੰ ਹਾਂਜੀ, ਮੈਂ ਮਤਲਬ ਪਹਿਲਾਂ ਮੇਰੀ ਰੁਚੀ ਇੱਧਰ ਨੂੰ ਹੋਈ, ਮਤਲਬ ਮੈਂ ਦੇਖਣਾ। ਬਾਕੀ ਦੇਖੋ ਖੇਤੀ ਨਾਲ ਕਿਉਂਕਿ ਜੁੜੇ ਹੋਏ ਆ, ਖੇਤ ਆਉਂਦੇ ਸੀ, ਖੇਤੀ ਕਰਾਉਣੇ ਵੀ ਆ, ਮਤਲਬ ਕਰਾਉਂਦੇ ਉਦੋਂ ਵੀ ਕਰਾਉਂਦੇ ਸੀ ਜਦੋਂ ਸੀਜ਼ਨ ਦਾ ਮਤਲਬ ਟਾਈਮ ਹੁੰਦਾ, ਤਾਂ ਉਦੋਂ ਨੋ ਡਾਊਟ ਆਪਾਂ ਖੇਤੀ ਉਦੋਂ ਬਾਪੂ ਨਾਲ ਇੱਥੇ ਖੇਤ ਉਹ ਤਾਂ ਚਲੋ ਕਰਨਾ ਹੀ ਹੁੰਦਾ। ਉਹ ਤਾਂ ਹਰ ਆਪਣੇ ਪਰਿਵਾਰਾਂ 'ਚ ਦੇਖੋ ਰਵਾਇਤ ਹੀ ਹੁੰਦੀ ਆ, ਉਹ ਤਾਂ ਬੱਚਾ ਚਾਹੇ ਕਿਤੇ ਮਰਜ਼ੀ ਪੜ੍ਹਦਾ, ਜਦੋਂ ਘਰੇ ਖੇਤੀ ਦਾ ਕੰਮ ਆ। ਫਿਰ ਤੁਸੀਂ ਉਦੋਂ ਪਹਿਲੀ ਵਾਰ ਕਦੋਂ ਤੁਹਾਨੂੰ ਐ ਲੱਗਿਆ ਵੀ ਮੈਂ ਹੁਣ ਆਪ ਕਿਸਾਨੀ ਕਰੂੰਗਾ, ਆਪ ਬਿਜਾਈ ਕਰੂੰਗਾ? ਮੈਂ ਜੀ ਮਤਲਬ ਜਦੋਂ ਮੈਨੂੰ ਮਤਲਬ ਸੰਤੁਸ਼ਟੀ ਨਹੀਂ ਸੀ ਨਾ ਹੋ ਰਹੀ, ਨਾ ਹੀ ਤਾਂ ਉਧਰਲੇ ਕੰਮ ਚੋਂ ਨਾ ਹੀ ਇੱਧਰਲੇ ਕੰਮ ਚੋਂ, ਤੇ ਮੈਨੂੰ ਭਵਿੱਖ ਨਾ ਮਤਲਬ ਇਦਾਂ ਮਹਿਸੂਸ, ਮੇਰੀ ਦੂਰਅੰਦੇਸ਼ੀ ਇਹ ਕਹਿ ਰਹੀ ਸੀ ਵੀ ਇਹ ਜਿਹੜੀ ਖੇਤੀ ਆ ਨਾ ਇਹ ਮਤਲਬ ਬਹੁਤ ਪੋਟੈਂਸ਼ੀਅਲ ਰੱਖਦੀ ਆ, ਪਰ ਇਹਨੂੰ ਕਰਨਾ ਪਊਗਾ ਹੁਣ। ਜਾਨੀ ਜ਼ੋਰ ਦੀ, ਹਾਂ ਜਾਨੀ ਹੁਣ ਜ਼ੋਰ ਦੀ ਖੇਤੀ ਨਹੀਂ ਰਹਿ ਗਈ, ਹੁਣ ਅਕਲ ਦੀ ਖੇਤੀ ਰਹਿ ਗਈ। ਬਿਲਕੁਲ, ਮਤਲਬ ਦੇਖੋ ਆਪਟੀਮਾਈਜੇਸ਼ਨ ਦਾ ਜਿਹੜਾ ਕਨਸੈਪਟ ਆ ਉਹ ਖੇਤੀ 'ਚ ਵੀ ਲਾਗੂ ਹੁੰਦਾ। ਜੇ ਉਹ ਕਿਸੇ ਹੋਰ ਬਿਜ਼ਨਸ 'ਚ ਲਾਗੂ ਹੁੰਦਾ ਤਾਂ ਉਹ ਖੇਤੀ 'ਚ ਵੀ ਲਾਗੂ ਹੁੰਦਾ। ਬਸ ਤੁਹਾਨੂੰ ਲਾਗੂ ਜਾਨੀ ਉਹਨੂੰ ਕਰਨ ਲਈ ਮਿਹਨਤ ਕਰਨੀ ਪੈਂਦੀ। ਘਰਦਿਆਂ ਨੇ ਜਾਂ ਪਿੰਡ ਵਾਲਿਆਂ ਐ ਨਹੀਂ ਕਿਹਾ ਵੀ ਕਿੱਧਰ ਤੂੰ ਪੜ੍ਹ ਲਿਖ ਕੇ ਇੱਧਰ ਖੇਤੀ 'ਚ ਪੈ ਗਿਆ? ਹਜੇ ਵੀ ਮੈਨੂੰ ਮਤਲਬ ਮੈਂ ਕਹਿ ਸਕਦਾ ਵੀ ਘੱਟੋ ਘੱਟ ਮਹੀਨੇ 'ਚ ਮੈਨੂੰ ਇੱਕ ਬੰਦਾ ਤਾਂ ਇਹੋ ਜਿਹਾ ਜ਼ਰੂਰ ਮਿਲਦਾ ਜਿਹੜਾ ਮੈਨੂੰ ਇਹ ਕਹਿੰਦਾ ਵੀ ਤੂੰ ਖੇਤੀ ਕਿਉਂ ਕਰ ਰਿਹਾ, ਤੂੰ ਤਾਂ ਇੰਨਾ ਪੜ੍ਹਿਆ, ਤੂੰ ਕੋਈ ਨੌਕਰੀ ਲੈ ਲਾ, ਇੱਥੇ ਲੈ ਲਾ, ਉੱਥੇ ਲੈ ਲਾ, ਤੂੰ ਬਾਹਰ ਚਲਿਆ ਜਾ, ਤੂੰ ਖੇਤੀ ਕਿਉਂ ਕਰ ਰਿਹਾ? ਇਹ ਸੋਚ ਨੂੰ ਲੈ ਕੇ ਤੁਸੀਂ ਕੀ ਸਮਝਦੇ ਹੋ? ਕਿਉਂਕਿ ਖੇਤੀ ਵੀ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਖੂਬਸੂਰਤ ਕੰਮ ਹੈ। ਮੈਨੂੰ ਲੱਗਦਾ ਜਿੰਨਾ ਤਕੜਾ ਬਿਜ਼ਨਸ ਖੇਤੀ ਹੈ ਨਾ ਉਹਨਾਂ ਕੋਈ ਹੈ ਹੀ ਨਹੀਂ, ਕਿਉਂਕਿ ਆਪਦੀਆਂ ਜ਼ਮੀਨਾਂ ਤੇ ਚੰਗੀ ਇੱਥੇ ਆਬੋ ਹਵਾ ਹੈ ਨਾ, ਇਹਦੇ 'ਚ ਤੁਸੀਂ ਕੰਮ ਕਰਦੇ ਹੋ, ਇੱਥੋਂ ਤੁਸੀਂ ਵੇਚਦੇ ਹੋ। ਫਿਰ ਵੀ ਕਿਉਂ ਇਹੋ ਜਿਹੀ ਸੋਚ ਕਾਹਤੋਂ ਬਣ ਗਈ ਲੋਕਾਂ ਦੀ? ਇਹ ਜਿਹੜੀ ਸੋਚ ਆ ਜੀ, ਮਤਲਬ ਦੇਖੋ ਇੱਕ ਤਾਂ ਮੈਂ ਮਹਿਸੂਸ ਕੀਤਾ, ਮਤਲਬ ਲੋਕ ਮੈਨੂੰ ਕਹਿਣਗੇ ਤੂੰ ਨੌਕਰੀ ਕਰ ਲੈ, ਵਿਹਲਾ ਰਹੇਗਾ, ਮੌਜਾਂ ਕਰੇਗਾ। ਮਤਲਬ ਹਾਲਾਂਕਿ ਅਸੀਂ ਬੜੀ ਮਿਹਨਤੀ ਕੌਮ ਆ, ਪੰਜਾਬੀਆਂ ਨੂੰ ਬੜੇ ਮਿਹਨਤੀ, ਬੜੇ ਮਤਲਬ ਸਿਰ ਕੱਢ ਤੌਰ ਤੇ ਮਿਹਨਤੀ ਮੰਨਿਆ ਜਾਂਦਾ, ਪਰ ਪੰਜਾਬੀ ਫਿਰ ਵੀ ਪਤਾ ਨਹੀਂ ਕਿਉਂ ਲੋਕ ਐਂ ਕਹਿਣਗੇ ਯਾਰ ਨੌਕਰੀ ਲੈ ਲਾ, ਸਰਕਾਰੀ ਨੌਕਰੀ ਲੈ ਲਾ, ਵਿਹਲਾ ਰਹੇਗਾ। ਮਤਲਬ ਦੇਖੋ ਜ਼ਿੰਦਗੀ ਦੇ ਵਿੱਚ ਵਿਹਲਾ ਰਹਿਣਾ, ਮੈਨੂੰ ਨਹੀਂ ਪਤਾ, ਸ਼ਾਇਦ ਹੀ ਕਿਸੇ ਦਾ ਮਕਸਦ ਹੋਵੇ ਵੀ ਮੈਂ ਵਿਹਲਾ ਰਹਿਣਾ ਜ਼ਿੰਦਗੀ 'ਚ, ਸਿਰਫ ਇਸ ਕਰਕੇ ਨੌਕਰੀ ਕਰਨੀ ਆ। ਦੂਜੀ ਗੱਲ ਦੇਖੋ ਸਾਡੇ ਕਹਾਵਤ ਆ ਵੀ ਖੇਤੀ ਹੈ ਜਿਹੜੀ ਉਹ ਘਾਟੇ ਦਾ ਸੌਦਾ। ਦੇਖੋ ਕੋਈ ਵੀ ਸੌਦਾ, ਕੋਈ ਵੀ ਸੰਸਾਰ ਦਾ ਸੌਦਾ ਜਿਹਨੂੰ ਤੁਸੀਂ ਅਡੈਪਟ ਨਹੀਂ ਕਰੋਗੇ ਉਹ ਅਲਟੀਮੇਟਲੀ ਘਾਟੇ ਦਾ ਸੌਦਾ ਬਣਨਾ ਹੀ ਆ। ਜੇ ਤੁਸੀਂ ਸਮੇਂ ਦੇ ਹਿਸਾਬ ਨਾਲ ਨਹੀਂ ਬਦਲੋਗੇ ਤਾਂ ਸੰਸਾਰ ਦਾ ਹਰ ਇੱਕ ਬਿਜ਼ਨਸ, ਦੇਖੋ ਵੱਡੀਆਂ ਕੰਪਨੀਆਂ, ਕੋਡੈਕ ਨਾਂ ਦੀ ਕੰਪਨੀ ਤੁਸੀਂ ਸੁਣੀ ਆ, ਕੈਮਰਿਆਂ 'ਚ ਕਿੰਨਾ ਨਾਮ ਹੁੰਦਾ ਸੀ, ਅੱਜ ਦੇਖੋ ਕੋਡੈਕ ਜਾ ਕੇ ਖਤਮ ਹੋ ਗਈ ਨਾ। ਕਿਉਂ ਹੋ ਗਈ? ਕਿਉਂਕਿ ਉਹ ਘਾਟੇ ਦਾ ਸੌਦਾ ਕਿਉਂ ਬਣ ਗਈ? ਕਿਉਂਕਿ ਉਹਨੇ ਅਡੈਪਟ ਨਹੀਂ ਕੀਤਾ। ਹੋਰ ਤੁਹਾਨੂੰ ਇਹੋ ਜਿਹੀਆਂ ਐਗਜ਼ਾਮਪਲਸ ਬੇਅੰਤ ਸੰਸਾਰ ਤੇ ਮਿਲ ਜਾਣਗੀਆਂ ਜਦੋਂ ਤੁਸੀਂ ਅਡੈਪਟ ਨਹੀਂ ਕਰਦੇ। ਦੇਖੋ ਜਿਹੜੀਆਂ ਸਪੀਸੀਜ਼ ਨੇ ਅਡੈਪਟ ਨਹੀਂ ਕੀਤਾ, ਕੁਦਰਤ ਨੇ ਉਹਨਾਂ ਨੂੰ ਐਲੀਮੀਨੇਟ ਕਰਤਾ। ਇੱਥੇ ਸਰਵਾਈਵਲ ਆਫ ਦਾ ਫਿਟੈਸਟ ਆ। ਇਹ ਹਰ ਖੇਤਰ ਦੇ ਮਤਲਬ ਬਿਜ਼ਨਸ ਤੇ, ਨੌਕਰੀ ਤੇ, ਹਰ ਜਗ੍ਹਾ ਤੇ ਇਹ ਚੀਜ਼ ਲਾਗੂ ਹੁੰਦੀ ਆ। ਤੁਸੀਂ ਅਡੈਪਟ ਕਰੋਗੇ ਤਾਂ ਤੁਸੀਂ ਸਰਵਾਈਵ ਕਰੋਗੇ। ਤਾਂ ਹੁਣ ਖੇਤੀ ਜੇ ਘਾਟੇ ਦਾ ਸੌਦਾ ਬਣ ਗਈ ਤਾਂ ਸਾਨੂੰ ਅਡੈਪਟ ਕਰਨਾ ਪਊਗਾ। ਇੱਥੇ ਫਿਰ ਤੁਸੀਂ ਆ ਕੇ ਖੇਤੀ ਦੇ ਵਿੱਚ ਕੀ ਵੱਖਰਾ ਕੀਤਾ? ਹਲਦੀ ਲਾਈ, ਹਲਦੀ ਬਾਰੇ ਜ਼ਰੂਰ ਦੱਸੋ, ਇਹਦੇ 'ਚ ਕਿਹੋ ਜਿਹਾ ਤਜਰਬਾ ਰਿਹਾ ਤੁਹਾਡਾ? ਅਸੀਂ ਜੀ ਮਤਲਬ ਮੇਰਾ ਇੱਕ ਦੋਸਤ ਪ੍ਰੋਸੈਸਿੰਗ ਐਂਡ ਫੂਡ ਇੰਜੀਨੀਅਰਿੰਗ ਦੀ ਡਾਕਟਰੇਟ ਕਰ ਰਿਹਾ ਸੀਗਾ। ਉਹਦੀ ਰਿਸਰਚ ਦੇ ਵਿੱਚ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਕਾਫੀ ਸਾਰੇ ਸੌਫਟਵੇਅਰਸ ਤੇ ਕੰਮ ਕੀਤਾ, ਸਟੈਟ ਦੇ ਸੌਫਟਵੇਅਰਸ ਤੇ ਕੰਮ ਕੀਤਾ ਜਿਹੜੇ ਐਨਾਲਿਸਿਸ ਲਈ ਡਿਗਰੀ 'ਚ ਵਰਤੇ ਜਾਂਦੇ ਆ, ਜੋ ਡਿਗਰੀ ਆਪਾਂ ਕਰਦੇ ਆ ਤਾਂ ਉਹ ਮਤਲਬ ਸੌਫਟਵੇਅਰ ਵਰਤਦੇ ਆ, ਹੈ ਨਾ। ਉਹਦੇ ਕਰਕੇ ਉਹ ਮੇਰਾ ਦੋਸਤ ਮੇਰੇ ਕੋਲੇ ਹੈਲਪ ਲਈ ਆਉਂਦਾ ਸੀਗਾ ਤੇ ਮੈਂ ਉਹਦੇ ਨਾਲ ਕੰਮ ਕਰਾ ਰਿਹਾ ਸੀਗਾ। ਤੇ ਕੰਮ ਕਰਾਉਂਦੇ ਅਸੀਂ ਮਤਲਬ ਜਿਵੇਂ ਹਲਦੀ ਦਾ ਉਹਦਾ ਕੰਮ ਸੀਗਾ ਪ੍ਰੋਸੈਸਿੰਗ ਦਾ, ਤਾਂ ਹਲਦੀ ਦੇਖਦੇ ਹੋਏ ਮਤਲਬ ਸਾਨੂੰ ਲੱਗਿਆ ਵੀ ਇਹਦਾ ਬਹੁਤ ਪੋਟੈਂਸ਼ੀਅਲ ਆ। ਕਿਉਂਕਿ ਦੇਖੋ ਪੰਜਾਬ ਦੇ ਵਿੱਚ ਹਲਦੀ ਪੈਦਾ ਨਹੀਂ ਕੀਤੀ ਜਾਂਦੀ, ਜ਼ਿਆਦਾਤਰ ਹਲਦੀ ਸਾਡੇ ਇੱਥੇ ਸਾਊਥ ਤੋਂ ਆ ਕੇ ਵਿਕਦੀ ਆ, ਪਰ ਸਾਡੇ ਕੁਜ਼ੀਨ ਦਾ ਹਿੱਸਾ ਅਸੀਂ 3 ਡੰਗ ਸਬਜ਼ੀ ਦਾਲ ਬਣਾਉਣੇ ਆ ਤੇ 3 ਡੰਗ ਅਸੀਂ ਹਲਦੀ ਵਰਤਦੇ ਆ। ਤੇ ਫਿਰ ਇਹਦੇ ਜਿਹੜੇ ਹੈਲਥ ਬੈਨੀਫਿਟਸ ਨੇ ਉਹਨੂੰ ਦੇਖਦੇ ਹੋਏ ਲੋਕ ਹੁਣ ਇਹਨੂੰ ਮਤਲਬ ਦੂਸਰੇ ਪ੍ਰੋਡਕਟਸ ਦੇ ਰੂਪ ਦੇ ਵਿੱਚ ਟਰਮੈਰਿਕ ਲਾਤੇ ਮਿਲਦੀ ਆ, ਤੁਸੀਂ ਬਾਹਰ ਚਲੇ ਜਾਓ, ਦੁੱਧ 'ਚ ਪਾ ਕੇ ਵੀ ਪੀਂਦੇ ਆ। ਦੇਖੋ ਮਤਲਬ ਕਿਉਂਕਿ ਇਮਿਊਨਿਟੀ ਬੂਸਟਰ ਆ ਜਾਂ ਹੋਰ ਆ, ਤਾਂ ਕਰਕੇ ਸਾਨੂੰ ਇਸ ਪ੍ਰੋਡਕਟ ਦਾ ਪੋਟੈਂਸ਼ੀਅਲ ਲੱਗਿਆ। ਫਿਰ ਜੀ ਉਸ ਤੋਂ ਬਾਅਦ ਦੇਖਦੇ ਅਸੀਂ
ਇਕਬਾਲ ਸਿੰਘ ਜੀ ਰੰਧਾਵਾ ਨੇ ਹੁਸ਼ਿਆਰਪੁਰ ਤੋਂ, ਉਹਨਾਂ ਦਾ ਬੇਟਾ ਅਮਰਤਪਾਲ, ਉਹ ਕਿਉਂਕਿ ਮੇਰਾ ਕਲਾਸਮੇਟ ਸੀਗਾ, ਕਾਫੀ ਨੇੜੇ ਦੀ ਮਿੱਤਰਤਾ ਉਹਨਾਂ ਨਾਲ, ਤੇ ਅਸੀਂ ਗੁਰਸਿਮਰਨ ਦੇ ਜਿਹੜਾ ਡਾਕਟਰੇਟ ਦਾ ਕੰਮ ਸੀ ਉਹਦੇ ਸੰਬੰਧ 'ਚ ਉਹਨਾਂ ਕੋਲ ਗਏ। ਤੇ ਉਹ ਹਲਦੀ ਦਾ ਉਹ ਪਾਇਨੀਅਰ ਨੇ ਐਕਚੁਅਲ 'ਚ ਹਲਦੀ ਦੇ। ਉਹਨਾਂ ਨੇ ਮਤਲਬ ਤੁਸੀਂ ਮੰਨ ਲਓ ਵੀ ਉਹਨਾਂ ਨੇ ਹਲਦੀ ਪੰਜਾਬ 'ਚ ਲੈ ਕੇ ਆਂਦੀ ਆ 1999 ਤੋਂ, ਉਹ ਹਲਦੀ ਦੀ ਖੇਤੀ ਕਰਦੇ, ਹਾਂਜੀ ਹਲਦੀ ਦੀ ਉਹ ਖੇਤੀ ਕਰ ਰਹੇ ਨੇ। ਤੇ ਉਹਨਾਂ ਨੇ ਮਤਲਬ ਉਹਨਾਂ ਤੋਂ ਵੀ ਸਾਨੂੰ ਕਾਫੀ ਜ਼ਿਆਦਾ ਗਾਈਡੈਂਸ ਮਿਲੀ। ਤੇ ਫਿਰ ਅਸੀਂ ਮਤਲਬ ਸੋਚਿਆ ਵੀ ਹਲਦੀ ਪਲਾਂਟ ਕਰਨੀ ਆ। ਫਿਰ ਅਸੀਂ ਮਤਲਬ ਉਹਦੀ ਸਾਰੀ ਸੈਟਿੰਗ ਕਰਕੇ ਅਸੀਂ ਬੀਜ ਲਿਆਂਦਾ, ਹਲਦੀ ਪਲਾਂਟ ਕੀਤੀ। ਪਹਿਲਾਂ ਮਤਲਬ ਹਲਦੀ ਪਲਾਂਟ ਕਰਨ ਤੋਂ ਪਹਿਲਾਂ ਅਸੀਂ ਸਾਰੇ ਬੰਦੇ ਜਿਹੜੇ ਆਪਣੇ ਹਲਦੀ ਦਾ ਕੰਮ ਕਰਦੇ ਆ, ਜਿਵੇਂ ਮਾਝੇ ਦੇ ਏਰੀਏ ਦੇ ਵਿੱਚ ਵੀ ਕੁਝ ਬੰਦੇ ਹਲਦੀ ਦਾ ਕੰਮ ਕਰਦੇ ਆ, ਕੁਛ ਇੱਕ ਸੱਲੋਪੁਰ ਹੈਗੇ ਨੇ ਉਹ ਹਲਦੀ ਦਾ ਕੰਮ ਕਰਦੇ ਆ। ਅਸੀਂ ਕੋਸ਼ਿਸ਼ ਕੀਤੀ ਵੀ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ, ਸਾਰਾ ਵੀ ਉਹਨਾਂ ਦਾ ਤਜਰਬਾ ਲੈ ਕੇ। ਬਿਲਕੁਲ ਜੀ, ਕਿਉਂਕਿ ਦੇਖੋ ਇਹ ਬਹੁਤ ਜ਼ਰੂਰੀ ਹੈ ਕੋਈ ਵੀ ਕੰਮ ਕਰਨਾ। ਹਾਂਜੀ ਬਿਲਕੁਲ, ਜਿਹੜਾ ਤਜਰਬਾ ਜੀ ਉਹਦੀ ਕੋਈ ਮਤਲਬ ਰੀਸ ਹੀ ਨਹੀਂ ਹੈ। ਇੱਕ ਚੀਜ਼ ਤੁਸੀਂ ਜਿਹੜੀ ਗਲਤੀਆਂ ਕਰਕੇ ਸਿੱਖ ਲਈ, ਉਹ ਖੁਦ ਤੁਸੀਂ ਆਪ ਗਲਤੀ ਕਰਕੇ ਸਿੱਖਣ ਨਾਲੋਂ ਜੇ ਕਿਸੇ ਦੀ ਗਲਤੀ ਤੋਂ ਸਿੱਖ ਲਓ ਤਾਂ ਉਸ ਤੋਂ ਵਧੀਆ ਕੁਝ ਨਹੀਂ ਹੁੰਦਾ। ਤੇ ਫਿਰ ਇਹਦੇ ਨਾਲ ਤੁਸੀਂ ਇਹਨੂੰ ਅੱਗੇ ਪ੍ਰੋਸੈਸ ਵੀ ਕਰਦੇ ਹੋ? ਕਿਉਂਕਿ ਉਸ ਤੋਂ ਬਾਅਦ ਜੀ ਮਤਲਬ ਜੇ ਤੁਸੀਂ ਦੇਖੋ ਤਾਂ ਜਾਨੀ ਕੱਚੀ ਹਲਦੀ ਦੀ ਕੋਈ ਮਾਰਕੀਟ ਨਹੀਂ ਹੈ। ਅੱਛਾ, ਕੱਚੀ ਹਲਦੀ ਦਾ ਹਾਲ ਵੀ ਸਾਡੀਆਂ ਦੂਜੀਆਂ ਫਸਲਾਂ ਮੱਕੀ ਜਾਂ ਕਿਸੇ ਉਹਦੇ ਵਰਗਾ ਹੀ ਆ। ਕੋਈ ਵੀ ਜਿਹੜੀ ਚੀਜ਼ ਦੇ ਤੁਸੀਂ ਵੈਲਿਊ ਐਡ ਨਹੀਂ ਕਰਦੇ, ਉਹਦੀ ਵੈਲਿਊ ਐਕਚੁਅਲ ਤੁਹਾਨੂੰ ਮਿਲਦੀ ਹੋ ਨਹੀਂ। ਇਸ ਕਰਕੇ ਜੀ ਫਿਰ ਅਸੀਂ ਮਤਲਬ ਇਹਦੇ ਵਾਸਤੇ ਪ੍ਰੋਸੈਸਿੰਗ ਯੂਨਿਟ ਜਿਹੜਾ ਕਿ ਮੇਰੇ ਦੋਸਤ ਨੇ ਆਪਦੀ ਡਿਗਰੀ ਦੇ ਦੌਰਾਨ ਮਤਲਬ ਡਿਵੈਲਪ ਕੀਤਾ ਸੀ ਮਾਡਲ, ਉਹਨੂੰ ਅਸੀਂ ਵੱਡਾ ਕਰਕੇ ਇੱਥੇ ਲਾਇਆ। ਅੱਛਾ, ਇਹ ਪ੍ਰੋਸੈਸਿੰਗ ਯੂਨਿਟ, ਇਹ ਪ੍ਰੋਸੈਸਿੰਗ ਯੂਨਿਟ ਹੈ ਜੀ। ਇਹਦੇ ਨਾਲ ਇੱਥੇ ਇੱਕ ਪੰਪ ਲੱਗਿਆ ਹੁੰਦਾ, ਉਹ ਅਸੀਂ ਮਤਲਬ ਹੁਣ ਪੱਟ ਕੇ ਰੱਖਿਆ ਹੋਇਆ। ਤੇ ਇਹਦਾ ਸ਼ੈੱਡ ਦਾ ਮਤਲਬ ਹਜੇ ਕਾਰਵਾਈ ਅਸੀਂ ਪਾਉਣੀ ਆ, ਉਹ ਚੱਲ ਰਹੀ ਆ ਕਿਉਂਕਿ ਹਜੇ ਮਤਲਬ ਕਹਿ ਲਓ ਨੇਸੈਂਟ ਸਟੇਜ ਤੇ ਆ ਕੰਮ। ਤੇ ਇਹ ਜੀ ਇੱਕ ਫਾਇਰ ਟਿਊਬ ਬੋਇਲਰ ਆ, ਬੇਬੀ ਬੋਇਲਰ ਇਹਨੂੰ ਆਪਾਂ ਕਹਿੰਦੇ ਆ। ਤੇ ਇਹ ਬਹੁਤ ਮਤਲਬ ਥੋੜੀ ਕਪੈਸਿਟੀ ਦਾ ਹੁੰਦਾ, ਤੇ ਪਰ ਇਹ ਹਲਦੀ ਦੀ ਪ੍ਰੋਸੈਸਿੰਗ ਲਈ ਮਤਲਬ ਅਨਫ ਹੈਗਾ। ਇੱਕ ਦਿਨ ਦੇ ਵਿੱਚ 1 ਏਕੜ ਦੀ ਹਲਦੀ ਇਹਦੇ ਨਾਲ ਪ੍ਰੋਸੈਸ ਕੀਤੀ ਜਾ ਸਕਦੀ ਆ। ਮਤਲਬ ਜੇ ਤੁਸੀਂ 2 ਮਹੀਨੇ ਟਾਈਮ ਹੁੰਦਾ, 2 ਤੋਂ 2.5 ਮਹੀਨੇ ਟਾਈਮ ਹੁੰਦਾ ਹਲਦੀ ਦੀ ਪ੍ਰੋਸੈਸਿੰਗ ਦਾ, ਤਾਂ ਤੁਸੀਂ ਲਾ ਲਓ ਵੀ ਤੁਸੀਂ 100 ਏਕੜ ਤੱਕ ਦੀ ਹਲਦੀ ਇਕੱਲੀ ਇਹਦੇ ਨਾਲ ਹੀ ਪ੍ਰੋਸੈਸ ਕਰ ਸਕਦੇ ਹੋ। ਜੇ ਤੁਸੀਂ ਨਾਈਟ ਸ਼ਿਫਟ ਲਾਉਣੀ ਸ਼ੁਰੂ ਕਰ ਦੋ ਤਾਂ ਤੁਸੀਂ 200 ਏਕੜ ਦੀ ਹਲਦੀ ਇਹ ਸਿਰਫ ਇਸ ਯੂਨਿਟ ਨਾਲ ਹੀ ਤੁਸੀਂ ਪ੍ਰੋਸੈਸ ਕਰ ਸਕਦੇ ਹੋ। ਇਹਦੇ ਵਿੱਚ ਸਟੀਮ ਬਣਦੀ ਹੈ ਜੀ, ਇਹ ਵੁੱਡ ਫਾਇਰਡ ਆ, ਮਤਲਬ ਇਹਦੇ ਚ ਬਾਲਣ ਆ ਜਿਹੜਾ ਉਹ ਬਾਲਣ ਪੈਂਦਾ ਤੇ ਅੱਗ ਮੱਚਦੀ ਆ, ਪਾਣੀ ਪੈਂਦਾ। ਅੱਛਾ, ਇੱਕ ਬੜਾ ਖੂਬਸੂਰਤ ਸਵਾਲ ਇਹ ਹੈ ਵੀ ਤੁਸੀਂ ਆਪਣੇ ਦੋਸਤ ਨਾਲ ਮਿਲ ਕੇ ਹੀ ਇਹਨਾਂ ਚੀਜ਼ਾਂ ਦੀ ਖੋਜ ਕੀਤੀ ਤੇ ਉਹਨੂੰ ਹੀ ਆਪਣੇ ਖੇਤ ਦੇ ਵਿੱਚ ਸ਼ੁਰੂ ਕਰ ਲਿਆ। ਹਾਂਜੀ, ਇਹ ਅਸੀਂ ਮਤਲਬ ਇਹਦਾ ਜਿਹੜਾ ਉੱਥੇ ਕਪੈਸਿਟੀ ਅਸੀਂ ਬਣਾਇਆ ਸੀਗਾ, ਜਿਹੜਾ ਕਿ ਯੂਨੀਵਰਸਿਟੀ ਦੇ ਉਹਨਾਂ ਨੇ ਆਪਦੀ ਡਿਗਰੀ ਦੀ ਫੁੱਲਫਿਲਮੈਂਟ ਵਾਸਤੇ ਬਣਾਇਆ ਸੀਗਾ, ਉਹਦੀ ਕਪੈਸਿਟੀ ਅਬਾਊਟ 1.5 ਕੁਇੰਟਲ ਸੀਗੀ। ਇਹਦੀ ਕਪੈਸਿਟੀ ਅਬਾਊਟ 7 ਕੁਇੰਟਲ ਆ ਪ੍ਰਤੀ ਬੈਚ। ਅੱਛਾ, ਇਹ ਮਤਲਬ ਇਹਦੇ ਵਿੱਚ ਸਟੀਮ ਬਣਦੀ ਆ। ਇਹ ਭਾਂਡੇ ਨੇ, ਇਹਨਾਂ ਦੇ ਵਿੱਚ ਆਪਾਂ ਜਿਹੜੀ ਕੱਚੀ ਹਲਦੀ ਆ ਉਹ ਪਾਉਨੇ ਆ। ਕੱਚੀ ਹਲਦੀ ਪਾ ਕੇ ਇਹਨੂੰ ਆਪਾਂ ਸੀਲ ਕਰ ਦਿੰਦੇ ਆ। ਸੀਲ ਕਰਕੇ ਫਿਰ ਇਹਦੇ ਬਾਲ ਲੱਗੇ ਆ, ਇਹਦੇ ਚ ਸਟੀਮ ਛੱਡੀ ਜਾਂਦੀ ਆ। ਅੱਛਾ, ਫਿਰ ਉਹਦਾ ਇੱਕ ਟਾਈਮ ਸੈੱਟ ਟਾਈਮ ਆ, ਉਸ ਟਾਈਮ ਦੀ ਆਪਟੀਮਾਈਜੇਸ਼ਨ ਵੀ ਅਸੀਂ ਉਹਨਾਂ ਦੀ ਰਿਸਰਚ ਦੇ ਦੌਰਾਨ ਜਿਵੇਂ ਕੀਤੀ ਆ। ਇਹ ਜਿਹੜਾ ਤੁਸੀਂ ਪ੍ਰੋਸੈਸ ਕਰ ਰਹੇ ਹੋ ਹਨਾ, ਹਲਦੀ ਲਾਈ ਹੈ, ਇਸ ਤੋਂ ਬਾਅਦ ਤੁਸੀਂ ਹੋਰ ਵੀ ਕੋਈ ਫਸਲ ਨਵੀਂ ਸੋਚੀ ਹੈ ਲਾਉਣੀ, ਜਾਂ ਹੋਰ ਵੱਖਰਾ ਜਿਹਨੂੰ ਆਪਾਂ ਫਸਲੀ ਵਿਭਿੰਨਤਾ ਕਹਿੰਦੇ ਲਿਆਉਣੀ ਚਾਹੀਦੀ ਹੈ, ਇਹੋ ਜਿਹਾ ਕੁਝ ਕਰ ਰਹੇ ਹੋ ਜੀ? ਮਤਲਬ ਕਿਉਂਕਿ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਮੈਨੂੰ ਲੱਗਦਾ ਕੁਝ ਵੱਖਰਾ ਕਰੋਗੇ। ਜੇ ਤੁਸੀਂ ਇਕਨੋਮਿਕਸ ਦੀ ਗੱਲ ਕਰੀਏ ਆਪਾਂ, ਜਾਂ ਦੇਖੋ ਸੰਸਾਰ ਦੇ ਉੱਤੇ ਇਕਨੋਮਿਕਸ ਤੋਂ ਵੱਡਾ ਕੋਈ ਫੋਰਸ ਨਹੀਂ ਹੈਗੀ। ਬਿਲਕੁਲ, ਇਕਨੋਮਿਕਸ ਗਵਰਨਮੈਂਟਸ ਨੂੰ ਟੌਪਲ ਕਰਨ ਦੀ ਤਾਕਤ ਰੱਖਦੀ ਆ, ਸਮਾਜ ਦੇ ਵਿੱਚ ਸਿਵਲ ਅਨਰੈਸਟ ਲਿਆਉਣ ਦੀ ਤਾਕਤ ਰੱਖਦੀ ਆ। ਇਕਨੋਮਿਕਸ ਮੈਂ ਕਹੂੰਗਾ ਇਕਨੋਮਿਕਸ ਰੱਬ ਆ। ਇਕਨੋਮਿਕਸ ਤੋਂ ਮਤਲਬ ਤੁਸੀਂ ਇਹ ਮੰਨ ਲਓ ਵੀ ਇਕਨੋਮਿਕਸ ਤੋਂ ਵੱਡੀ ਪਾਵਰ ਨਹੀਂ ਹੈ। ਜੇ ਆਪਾਂ ਗੱਲ ਕਰੀਏ ਜੀ, ਦੇਖੋ ਅਸੀਂ ਸਾਰੇ ਹੀ ਬੰਦੇ ਜਿੰਨੇ ਵੀ ਅਸੀਂ ਜੋ ਵੀ ਅਸੀਂ ਕੰਮ ਕਰਦੇ ਆ, ਦੇਖੋ ਇਕਨੋਮਿਕਸ ਉਹਦੇ ਚ ਇੱਕ ਫੈਕਟਰ ਰਹਿੰਦੀ ਆ। ਜੇ ਮੈਂ ਗੱਲ ਕਰਾਂ ਡਾਇਵਰਸਿਫਿਕੇਸ਼ਨ ਦੀ, ਤਾਂ ਮਤਲਬ ਹਜੇ ਮੇਰਾ ਕੋਈ ਡਾਇਵਰਸਿਫਿਕੇਸ਼ਨ ਦਾ ਮਤਲਬ ਹਜੇ ਨਹੀਂ ਹੈ ਪਲਾਨ। ਹਜੇ ਮੈਂ ਪਹਿਲਾਂ ਜੋ ਮੈਂ ਕੰਮ ਕਰ ਰਿਹਾ ਮੈਂ ਇਹ ਚ ਸਪੈਸ਼ਲਾਈਜੇਸ਼ਨ ਚਾਹੁੰਦਾ। ਅੱਛਾ, ਪਹਿਲਾਂ ਮੈਂ ਚਾਹੁੰਦਾ ਮੇਰੀ ਪੂਰੀ ਵੈਲਿਊ ਚੇਨ ਹੋਵੇ। ਹੁਣ ਮੈਂ ਹਲਦੀ ਦੀ ਜਿਹੜੀ ਪ੍ਰੋਸੈਸ ਕੀਤੀ ਹੋਈ ਰੂਟ ਹੈ, ਅਨਗ੍ਰਾਈਂਡਡ ਰੂਟ, ਮਤਲਬ ਬਿਨਾ ਗ੍ਰਾਈਂਡਿੰਗ ਕਰੇ ਤੋਂ ਜਿਹੜੀ ਰੂਟ ਆ ਉਹ ਸੇਲ ਕਰ ਰਹੇ ਹਾਂ ਜੀ, ਪਾਊਡਰ ਸੇਲ ਕਰ ਰਹੇ ਹਾਂ। ਇਸ ਤੋਂ ਬਾਅਦ ਮੈਂ ਅਚਾਰ ਆ ਜਿਹੜਾ ਹਲਦੀ ਦਾ ਉਹ ਇੰਟਰੋਡਿਊਸ ਕਰਨ ਜਾ ਰਿਹਾ ਆ। ਮਤਲਬ ਆਉਂਦੇ ਸੀਜ਼ਨ ਦੇ ਵਿੱਚ ਮੈਂ ਪਲਾਨ ਕੀਤਾ ਵੀ ਅਚਾਰ ਆ ਜਿਹੜਾ ਹਲਦੀ ਦਾ ਉਹ ਬਣਾ ਕੇ, ਪਹਿਲਾਂ ਮਤਲਬ ਮੈਂ ਚਾਹੁੰਦਾ ਵੀ ਜਿਹੜੀ ਪ੍ਰੋਡਕਟ ਨੂੰ ਮੈਂ ਲੈ ਕੇ ਚੱਲਿਆ, ਪਹਿਲਾਂ ਉਹਦੀ ਸਾਰੀ ਵੈਲਿਊ ਚੇਨ ਦੀ ਸਾਰੀ ਚੇਨ ਦੀ ਮੈਂ ਸਪੈਸ਼ਲਾਈਜੇਸ਼ਨ ਕਰਾਂ, ਮਾਰਕੀਟ ਨੂੰ ਐਕਸਪਲੋਰ ਕਰਾਂ, ਤਾਂ ਕਿ ਮੇਰਾ ਫੋਕਸ ਮਤਲਬ ਤੁਸੀਂ ਬਿਜਾਈ ਤੋਂ ਲੈ ਕੇ ਮੰਡੀਕਰਨ ਤੱਕ ਦਾ ਪੂਰਾ ਪ੍ਰੋਸੈਸ ਨੂੰ ਮੈਂ ਚਾਹੁੰਦਾ ਖੁਦ ਕੀਤਾ ਜਾਵੇ। ਮਤਲਬ ਉਸ ਤੋਂ ਬਾਅਦ ਹੀ ਮਤਲਬ ਤੁਸੀਂ ਕਿਸੇ ਹੋਰ ਪ੍ਰੋਡਕਟ ਬਾਰੇ ਜਾਂ ਕਿਸੇ ਹੋਰ ਫਸਲ ਬਾਰੇ, ਇਹ ਵੀ ਗੱਲ ਸਹੀ ਮੈਂ ਮਤਲਬ ਸੋਚੂਗਾ। ਬੜੀ ਛੇਤੀ ਖੇਤੀ ਵਿਭਿੰਨਤਾ ਵੱਲ ਪੈਣਾ ਵੀ ਮਤਲਬ ਬੇਵਕੂਫੀ ਵਾਲੀ ਗੱਲ ਹੈ, ਜਿੰਨਾ ਚਿਰ ਆਪਾਂ ਕਿਸੇ ਚੀਜ਼ ਦੇ ਵਿੱਚ ਸਪੈਸ਼ਲ ਨਹੀਂ ਹੁੰਦੇ। ਜਿਹੜੀ ਤੁਹਾਡੀ ਰਿਸੋਰਸ ਯੂਟਿਲਾਈਜੇਸ਼ਨ ਆ, ਉਹਦੀ ਵੀ ਤੁਸੀਂ ਆਪਟੀਮਾਈਜੇਸ਼ਨ ਕਰਨੀ ਆ। ਤੁਸੀਂ ਨੋ ਡਾਊਟ ਤੁਹਾਨੂੰ ਡਾਇਵਰਸਿਫਾਈ ਕਰ ਲੈਣਾ ਚਾਹੀਦਾ, ਕਿਉਂਕਿ ਖੇਤੀ ਤਾਂ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਡਾਇਵਰਸਿਫਿਕੇਸ਼ਨ ਦੀ ਬਹੁਤ ਲੋੜ ਆ। ਕਿਉਂਕਿ ਤੁਸੀਂ ਆਪਾਂ ਹੁਣ ਤੱਕ ਦੇਖੋ ਜਿੰਨੀ ਵੀ ਹੈਗੀ ਆਪਾਂ ਇੰਟੈਂਸਿਵ ਖੇਤੀ ਕਰਦੇ ਆ, ਅਸੀਂ ਮੋਨੋਕ੍ਰੋਪਿੰਗ ਤੇ ਆ ਗਏ ਆ, ਜਾਂ ਮੈਂ ਕਹੂੰਗਾ ਪੰਜਾਬ ਦੇ ਸੀਨ 'ਚ ਵੀ ਅਸੀਂ ਕਣਕ ਤੇ ਝੋਨੇ ਤੋਂ ਬਿਨਾਂ ਹੋਰ ਕੁਝ ਕਰ ਨਹੀਂ ਰਹੇ। ਉਹ ਕਿਉਂ ਨਹੀਂ ਕਰ ਰਹੇ? ਕਿਉਂਕਿ ਸਾਨੂੰ ਉਹਦੀ ਮੰਡੀ ਨਹੀਂ ਹੈਗੀ।
ਦੇਖੋ ਜੀ ਜਿਹੜਾ ਫਾਰਮਿੰਗ ਦਾ ਕੰਮ ਆ ਨਾ, ਜੇ ਆਪਾਂ ਗੱਲ ਕਰੀਏ ਤਾਂ ਅੱਜ ਐਕਸੈਸ ਦੀ ਏਜ ਆ। ਹਰ ਇੱਕ ਚੀਜ਼ ਮਤਲਬ ਫਾਰਮਿੰਗ ਨਾਲ, ਜੇ ਮੈਂ ਗੱਲ ਕਰਾਂ ਐਗਰੀਕਲਚਰ ਦੀ, ਤਾਂ ਐਕਸੈਸ ਆ। ਤੁਸੀਂ ਜੋ ਦੇਖ ਲਓ ਉਹਦੀ ਪੈਦਾਵਾਰ ਜ਼ਿਆਦਾ ਆ, ਉਹਦੀ ਖਪਤ ਘੱਟ ਆ। ਇਹਦਾ ਮਤਲਬ ਸਾਨੂੰ ਨਵੇਂ ਪ੍ਰੋਡਕਟ ਬਣਾਉਣੇ ਪੈਣਗੇ। ਦੇਖੋ ਸੋਇਆਬੀਨ ਨੂੰ ਲੈ ਕੇ ਕਿੰਨੇ ਪ੍ਰੋਡਕਟ ਬਣਾਏ ਗਏ ਨੇ, ਸੋਇਆ ਦੁੱਧ, ਸੋਇਆ ਪਨੀਰ, ਠੀਕ ਹੈ। ਤੁਸੀਂ ਦੇਖੋ ਹੋਰ ਕਿੰਨੀਆਂ ਫਸਲਾਂ ਨੇ ਜਿਨ੍ਹਾਂ ਨੂੰ ਮਲਟੀਪਲ ਪ੍ਰੋਡਕਟਸ ਉਹਦੇ ਬਣਾਏ ਗਏ ਆ। ਮੱਕੀ ਦਾ ਪੌਪਕਾਰਨ ਬਣਾਇਆ ਗਿਆ, ਮੱਕੀ ਦੀ ਸਵੀਟ ਕਾਰਨ ਵਾਲੀ ਹੋਈ ਤੁਹਾਨੂੰ ਮਿਲਦੀ ਆ। ਦੇਖੋ ਜੇ ਆਪਾਂ ਆਲੂ ਦੀ ਗੱਲ ਕਰੀਏ ਤਾਂ ਆਲੂ ਤੋਂ ਤੁਹਾਨੂੰ ਫਰੋਜ਼ਨ ਤਰ੍ਹਾਂ ਦੇ ਫੂਡ ਮਤਲਬ ਮਾਰਕੀਟ 'ਚ ਮਿਲਦੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਕਿਸਾਨ ਜਿਹੜਾ ਆਪਣਾ ਹੈਗਾ ਉਹਨੂੰ ਕਣਕ ਝੋਨਾ ਹੀ ਨਹੀਂ, ਉਹਨੂੰ ਉਹਦੇ ਕਰਨ ਲਈ ਬਹੁਤ ਵੱਡਾ ਖੇਤਰ ਹੈ। ਹਾਂ, ਬਹੁਤ ਵੱਡਾ ਖੇਤਰ ਆ ਜੀ, ਉਹ ਕੁਝ ਵੀ ਕਰ ਸਕਦਾ। ਬਿਲਕੁਲ ਜਿਹੜੀ ਖੇਤੀ ਆ ਇਹਦੇ 'ਚ ਜਿਹੜੀਆਂ ਮੈਂ ਕਹੂੰਗਾ ਸੰਭਾਵਨਾਵਾਂ ਨੇ ਉਹ ਬੇਅੰਤ ਨੇ। ਇਹ ਸੰਭਾਵਨਾਵਾਂ ਨੂੰ ਦੇਖ ਕੇ ਅਸੀਂ ਮਤਲਬ ਜਿਹੜਾ ਸਾਡੇ ਫਾਰਮ ਦਾ ਲੋਗੋ ਅਸੀਂ ਬਣਾਇਆ, ਉਹ ਅਸੀਂ ਇਹਨਾਂ ਨੂੰ ਮਤਲਬ ਦੇਖ ਕੇ ਬਣਾਇਆ। ਅੱਛਾ, ਤੁਸੀਂ ਲੋਗੋ ਹਾਂਜੀ, ਮੈਂ ਜਿਵੇਂ ਹੁਣ ਆਪਦੇ ਫਾਰਮ ਦਾ ਨਾਮ ਰੱਖਿਆ, ਮੈਂ ਇਹ ਮਤਲਬ ਫਾਰਮ ਦਾ ਲੋਗੋ ਬਣਾਇਆ ਜੀ, ਕਿਉਂਕਿ ਦੇਖੋ ਮੈਂ ਇਹਦਾ ਨਾਮ ਰੱਖਿਆ ਸਮਰਾ ਫਾਰਮਸ। ਇਹਦੀ ਜਿਹੜੀ ਮੈਂ ਟੈਗ ਲਾਈਨ ਜਾਨੀ ਬਣਾਈ ਆ, ਮੈਂ ਟੈਗ ਲਾਈਨ ਬਣਾਈ ਆ ਰਿਸਪੌਂਸੀਬਲ ਫਾਰਮਿੰਗ ਇਨਫਾਈਨਾਈਟ ਪੋਸੀਬਿਲਿਟੀਜ਼। ਦੇਖੋ ਜੇ ਤੁਸੀਂ ਜ਼ਿੰਮੇਵਾਰਾਂ ਨਾਲ ਢੰਗ ਨਾਲ ਖੇਤੀ ਕਰੋਗੇ ਤਾਂ ਜਿਹੜੀਆਂ ਪੋਸੀਬਿਲਿਟੀਜ਼ ਨੇ ਉਹ ਇਨਫਾਈਨਾਈਟ ਨੇ। ਮੈਂ ਇਹ ਟੈਗ ਲਾਈਨ ਜਾਨੀ ਲੈ ਕੇ ਚੱਲਿਆ, ਇਹ ਮੇਰਾ ਮੋਟਿਵ ਕਹਿ ਲਓ ਤੁਸੀਂ, ਇਹ ਹੈਗਾ ਪੋਸੀਬਿਲਿਟੀਜ਼ ਇਨਫਾਈਨਾਈਟ ਨੇ। ਤੇ ਰਿਸਪੌਂਸੀਬਲ ਫਾਰਮਿੰਗ ਦਾ ਕਨਸੈਪਟ ਮੈਂ ਕੀ ਸਮਝਦਾ ਵੀ ਦੇਖੋ ਅਸੀਂ ਰੌਲਾ ਪਾ ਰਹੇ ਹਾਂ ਆਰਗੈਨਿਕ ਖੇਤੀ ਦਾ, ਹੋਰ ਮਤਲਬ ਠੀਕ ਆ ਆਰਗੈਨਿਕ ਖੇਤੀ ਕਰਨੀ ਚਾਹੀਦੀ ਆ, ਪਰ ਜੇ ਆਪਾਂ ਪ੍ਰੈਕਟੀਕਲ ਪੱਧਰ ਤੇ ਆਪਣੇ ਮਤਲਬ ਦੇਸ਼ ਦਾ ਸਿਨਾਰੀਓ ਦੇਖੀਏ ਤਾਂ ਸਾਡੇ ਫੂਡ ਸਿਕਿਉਰਿਟੀ ਦੀ ਸਮੱਸਿਆ ਆ ਜਾਣੀ ਆ। ਦੇਖੋ ਅਸੀਂ ਇਸ ਪੋਟੈਂਸ਼ੀਅਲ ਤੇ ਜਿਹੜੇ ਤੇ ਹੁਣ ਅਸੀਂ ਬੈਠੇ ਹਾਂ, ਜਿੰਨੀ ਅਸੀਂ ਪ੍ਰੋਡਕਸ਼ਨ ਕਰ ਰਹੇ ਹਾਂ, ਅੱਜ ਅਸੀਂ ਸੈਲਫ ਸਫੀਸ਼ੀਐਂਸੀ ਤੇ ਪਹੁੰਚ ਚੁੱਕੇ ਹਾਂ। ਮਤਲਬ ਅਸੀਂ ਜਿੰਨੀ ਪੈਦਾ ਕਰ ਰਹੇ ਹਾਂ। ਜੇ ਤੁਸੀਂ ਇਹ ਕਹਿੰਦੇ ਹੋ ਵੀ ਕੁਦਰਤੀ ਖੇਤੀ ਠੀਕ ਆ, ਇਹ ਵੀ ਗੱਲ ਤੁਹਾਡੀ ਬਹੁਤ ਵਧੀਆ, ਕਿਉਂਕਿ ਉਹਦੇ ਚ ਉਤਪਾਦਨ ਘੱਟ ਹੁੰਦਾ, ਪਰ ਇਹ ਤੁਸੀਂ ਇਹ ਵੀ ਕਹਿੰਦੇ ਵੀ ਆਪਾਂ ਨੂੰ ਜਿਹੜੇ ਹੈਗੇ ਆ ਕੀਟਨਾਸ਼ਕ ਜਾਂ ਰਸਾਇਣਕ ਖਾਦਾਂ ਪਾਉਣੀ ਮੈਂ ਕਹਿੰਦਾ ਵੀ ਰਿਸਪੌਂਸੀਬਲ ਫਾਰਮਿੰਗ ਸਾਨੂੰ ਕਰਨੀ ਚਾਹੀਦੀ ਆ। ਅੱਛਾ, ਵੀ ਲੋੜੀਂਦੀ ਚੀਜ਼ ਪਾਉਣੀ ਚਾਹੀਦੀ ਆ। ਦੇਖੋ ਜਾਪਾਨ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜਾਪਾਨ ਦੇ ਵਿੱਚ ਦੇਖੋ ਪੈਡੀ ਮਤਲਬ ਰਾਈਸ ਕਲਟੀਵੇਸ਼ਨ ਹੁੰਦੀ ਆ, ਉਹ ਬਾਸਮਤੀ ਵੀ ਕਰਦੇ ਆ, ਪਰ ਉਹਨਾਂ ਦੇ ਜੇ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਪੈਸਟੀਸਾਈਡ ਯੂਜ਼ ਸਾਡੇ ਨਾਲੋਂ ਕਿਤੇ ਵੱਧ ਆ। ਹੋਰ ਵੀ ਡਿਵੈਲਪਡ ਕੰਟਰੀਜ਼ 'ਚ ਪੈਸਟੀਸਾਈਡ ਯੂਜ਼ ਕੀਤਾ ਜਾ ਰਿਹਾ, ਪਰ ਉਹਨਾਂ ਦੇ ਰੈਜ਼ੀਡਿਊ ਦੀ ਦਿੱਕਤ ਨਹੀਂ ਆ ਰਹੀ ਕਿਉਂਕਿ ਉਹ ਰਿਸਪੌਂਸੀਬਲ ਤਰੀਕੇ ਨਾਲ ਕੀਤਾ ਜਾ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਕੁਦਰਤੀ ਖੇਤੀ ਵੱਲ ਨਹੀਂ ਜਾਣਾ। ਮੈਂ ਕਹਿੰਦਾ ਵੀ ਕੁਦਰਤੀ ਖੇਤੀ ਵੱਲ ਜਾਓ, ਬਟ ਦਾ ਸ਼ਿਫਟ ਗ੍ਰੈਜੂਅਲ ਹੋਣੀ ਚਾਹੀਦੀ ਆ। ਤੁਸੀਂ ਅੱਜ ਨਹੀਂ ਵੀ ਸਾਰੀ ਕਰਨ ਲੱਗ ਜਾਓ, ਤੁਸੀਂ ਛਾਲ ਮਾਰ ਕੇ ਅੱਜ ਹੀ ਕੋਠੇ ਤੇ ਨਹੀਂ ਚੜ ਸਕਦੇ, ਤੁਹਾਨੂੰ ਪੌੜੀ ਦਰ ਪੌੜੀ ਚੜ੍ਹਨਾ ਪਊਗਾ। ਤਾਂ ਤੁਸੀਂ ਆਰਗੈਨਿਕ ਖੇਤੀ ਤੇ ਲੋਕਾਂ ਨੂੰ ਜੇ ਕੁਦਰਤੀ ਖੇਤੀ ਤੇ ਲੈ ਕੇ ਜਾਣਾ ਤਾਂ ਉਸ ਤੋਂ ਪਹਿਲਾਂ ਜਿਹੜਾ ਵਿਚਾਲੇ ਇੰਟਰਮੀਡੀਏਟਰੀ ਸਟੈਪ ਆ, ਉਹ ਇੰਟਰਮੀਡੀਏਟਰੀ ਸਟੈਪ ਹੈਗਾਗਾ ਜ਼ਿੰਮੇਵਾਰ ਖੇਤੀ ਦਾ। ਤੁਸੀਂ ਰਿਸਪੌਂਸੀਬਲ ਫਾਰਮਿੰਗ ਕਰੋ, ਮਤਲਬ ਇਹ ਨਾ ਹੋਵੇ ਵੀ ਤੁਸੀਂ ਸਵੇਰੇ ਫਸਲ ਵੇਚਣ ਜਾਣੀ ਆ, ਸ਼ਾਮ ਨੂੰ ਤੁਸੀਂ ਜਿਹੜੀ ਫਸਲ ਦੇ ਉੱਤੇ ਸਪਰੇਅ ਦਾ ਇਹ ਆ ਵੀ 45 ਦਿਨ ਤੱਕ ਤੁਸੀਂ ਤੁਹਾਨੂੰ ਕਿਹਾ ਗਿਆ ਵੀ ਜਿਵੇਂ ਸਬਜ਼ੀਆਂ ਤੇ ਮੈਲਾਥਨ ਡਸਟ ਦੀ ਰਿਕਮੈਂਡੇਸ਼ਨ ਕੀਤੀ ਜਾਂਦੀ ਆ, ਹੋਰ ਜਿਹੜੀਆਂ ਜਿਵੇਂ ਕਿ ਜਿਹੜੀਆਂ ਜ਼ਿਆਦਾ ਪੋਟੈਂਟ ਪੈਸਟੀਸਾਈਡਸ ਨੇ ਉਹ ਨਹੀਂ, ਮਤਲਬ ਉਹਨਾਂ ਦੀ ਰਿਕਮੈਂਡੇਸ਼ਨ ਨਹੀਂ ਹੈਗੀ, ਪਰ ਤੁਸੀਂ ਉਹ ਵੀ ਯੂਜ਼ ਕਰ ਰਹੇ ਹੋ ਤਾਂ ਤੁਸੀਂ ਜ਼ਿੰਮੇਵਾਰ ਖੇਤੀ ਨਹੀਂ ਕਰ ਰਹੇ। ਹਾਂ, ਇੱਕ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ, ਦੋ ਸਵਾਲ ਨੇ ਮੇਰੇ ਜਿਹੜੇ ਉਹ ਇਹ ਹੈ। ਪਹਿਲਾ ਸਵਾਲ ਤਾਂ ਇਹ ਵੀ ਜਿਹੜੇ ਮੁੰਡੇ ਪੜ੍ਹ ਲਿਖ ਕੇ ਖੇਤੀ ਮਾੜਾ ਮੋਟਾ ਵੀ ਪੜ੍ਹ ਲੈਂਦਾ ਤਾਂ ਉਹਨਾਂ ਨੂੰ ਐ ਵੀ ਖੇਤੀ ਨਹੀਂ ਅਸੀਂ ਕਰਨੀ, ਚਾਹੇ 10 ਹੀ ਪੜ੍ਹ ਕੇ ਅਸੀਂ ਕਿਸੇ ਫੈਕਟਰੀ 'ਚ ਲੱਗ ਜਾਾਂਗੇ, ਹਾਲਾਂਕਿ ਜ਼ਮੀਨ ਚੰਗੀ ਹੈਗੀ ਆ। ਉਹ ਸੋਚ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਉਹ ਬਦਲੀ ਜਾ ਸਕਦੀ ਹੈ? ਬਿਲਕੁਲ ਉਹ ਬਦਲਣੀ ਪਊਗੀ ਜੀ। ਦੇਖੋ ਜੇ ਪੰਜਾਬੀਆਂ ਨੇ ਇਹ ਜ਼ਮੀਨਾਂ ਰੱਖਣੀਆਂ ਨੇ ਤੇ ਇਹ ਕਹਿੰਦੇ ਰਹਿਣਾ ਵੀ ਅਸੀਂ ਪੰਜਾਬ ਦੇ ਵਸਿੰਦੇ ਆ ਤੇ ਅਸੀਂ ਖੇਤੀ ਕਰਦੇ ਆ, ਅਸੀਂ ਮਤਲਬ ਕਿਸਾਨ ਆਂਗੇ, ਜੇ ਇਹ ਕਹਿੰਦੇ ਰਹਿਣਾ ਤਾਂ ਤੁਹਾਨੂੰ ਇਹ ਬਦਲਣਾ ਹੀ ਪਊਗਾ। ਇਹਦੇ ਨਾਲ ਹੀ ਜੁੜਦਾ ਸਵਾਲ ਇਹ ਹੈ, ਬਹੁਤ ਵਧੀਆ ਗੱਲ ਤੁਸੀਂ ਕੀਤੀ, ਹੁਣੇ ਖੇਤੀਬਾੜੀ ਆਰਡੀਨੈਂਸ ਕੇਂਦਰ ਸਰਕਾਰ ਨੇ ਲਾਗੂ ਕੀਤੇ ਆ, ਉਹਦੇ 'ਚ ਜ਼ਿਆਦਾਤਰ ਇਹੀ ਨਿੱਜੀਕਰਨ ਦੀ ਗੱਲ ਕੀਤੀ ਗਈ ਆ। ਹੋ ਸਕਦਾ ਹੈ ਕਿਸਾਨਾਂ ਤੋਂ ਜ਼ਮੀਨਾਂ ਲੈ ਕੇ ਮਤਲਬ ਪ੍ਰਾਈਵੇਟ ਕਾਰਪੋਰੇਟਸ ਨੂੰ ਦਿੱਤੀਆਂ ਜਾਣਗੀਆਂ, ਜਿਵੇਂ ਹੁਣੇ ਤੁਸੀਂ ਗੱਲ ਕੀਤੀ ਹੈ। ਇਹ ਜਿਹੜਾ ਆਪਣੇ ਮੁੰਡਿਆਂ ਨੂੰ, ਜਿਹੜੇ ਕਿ ਨੌਜਵਾਨ ਮੁੰਡੇ ਆ, ਉਹਨਾਂ ਨੂੰ ਇਹ ਸੋਚਣ ਲਾ ਦੇਣਾ ਵੀ ਖੇਤੀ 'ਚ ਕੁਝ ਨਹੀਂ ਹੈ, ਤੁਸੀਂ ਖੇਤੀ ਛੱਡ ਦਿਓ, ਤੇ ਉਹ ਜ਼ਮੀਨਾਂ ਛੱਡ ਦੇਣਗੇ, ਬਾਹਰਲੇ ਮੁਲਕਾਂ ਨੂੰ ਵੀ ਜਾ ਰਹੇ ਆ। ਬਿਲਕੁਲ ਜੀ। ਖੇਤੀਬਾੜੀ ਆਰਡੀਨੈਂਸਾਂ ਬਾਰੇ ਤੁਸੀਂ ਕੀ ਸਮਝਦੇ ਹੋ ਵੀ ਇਹਦਾ ਹੱਲ ਕੀ ਆਪਣੇ ਪੰਜਾਬੀ ਕਰ ਸਕਦੇ ਆ? ਦੇਖੋ ਜੀ, ਜੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਰਿਹਾ ਸੀ, ਦੇਖੋ ਜੇ ਤੁਸੀਂ ਅਡੈਪਟ ਨਹੀਂ ਕਰੋਗੇ ਤਾਂ ਕੀ ਹੋਣਾ, ਤਾਂ ਡਿਕਲਾਈਨ ਹੋਣੀ ਆ, ਅਲਟੀਮੇਟਲੀ ਤੁਸੀਂ ਖਤਮ ਹੋ ਜਾਓਗੇ। ਦੇਖੋ ਇਸ ਖੇਤੀ ਦੇ ਖੇਤਰ ਚੋਂ ਜੇ ਤੁਸੀਂ ਇੱਥੇ ਸਰਵਾਈਵ ਕਰਨਾ ਤਾਂ ਤੁਹਾਨੂੰ ਅਡੈਪਟ ਕਰਨਾ ਪਊਗਾ। ਦੇਖੋ ਜਿਹੜਾ ਸਿਸਟਮ ਆ, ਜਿਹੜੀ ਪਾਲਿਸੀ ਮੇਕਿੰਗ ਆ, ਉਹ ਜਿੱਧਰ ਨੂੰ ਤੁਰੀ ਹੋਈ ਆ। ਦੇਖੋ ਅਸੀਂ ਜੇ ਹੁਣ ਇੱਥੇ ਅਸੀਂ ਇਹ ਸਾਰਾ ਜ਼ੋਰ ਲਾਈ ਜਾਈਏ ਵੀ ਅਸੀਂ ਤਾਂ ਪਾਲਿਸੀ ਹੀ ਬਦਲਣੀ ਆ, ਉਹ ਅੱਜ ਨਹੀਂ ਬਦਲੀ ਜਾ ਸਕਦੀ, ਉਹਦੇ ਲਈ ਸਮਾਂ ਚਾਹੀਦਾ। ਉਹਦੇ ਲਈ ਤੁਹਾਨੂੰ ਉਸ ਪੋਜੀਸ਼ਨ ਤੇ ਪਹੁੰਚਣਾ ਪਊਗਾ ਵੀ ਤੁਸੀਂ ਉਸ ਪਾਲਿਸੀ ਨੂੰ ਤੁਸੀਂ ਬਦਲ ਸਕੋ। ਜੇ ਤੁਸੀਂ ਇਕੱਠੇ ਹੋਵੋਗੇ ਤਾਂ ਤੁਸੀਂ ਉਸ ਪਾਲਿਸੀ ਨੂੰ ਇਨਫਲੂਐਂਸ ਕਰ ਸਕਦੇ ਹੋ। ਮਤਲਬ ਤੁਸੀਂ ਉਹਨਾਂ ਨੂੰ ਕਹਿਣਾ ਉਹਨਾਂ ਨੂੰ ਪੂਰਾ ਮੁਕਾਬਲਾ ਦੇਣਾ। ਮੈਂ ਇਹ ਕਹਿਣਾ ਚਾਹੁੰਦਾ ਵੀ ਦੇਖੋ ਅੱਜ ਅਸੀਂ ਪਾਲਿਸੀ ਜਿਹੜੀ ਜਿੱਧਰ ਨੂੰ ਜਾ ਰਹੀ ਆ, ਉਸ ਪਾਲਿਸੀ ਦੇ ਹਿਸਾਬ ਨਾਲ ਸਾਨੂੰ ਅਡੈਪਟ ਕਰਨਾ ਪਊਗਾ। ਉਹਨੂੰ ਅਡੈਪਟ ਕਰਨ ਲਈ ਕੀ ਆ, ਦੇਖੋ ਜੇ ਅਸੀਂ ਗੱਲ ਕਰੀਏ ਤਾਂ ਗਲੋਬਲਾਈਜੇਸ਼ਨ ਹੋ ਰਹੀ ਆ, ਮਾਰਕੀਟ ਦਿਨ ਬ ਦਿਨ ਵੱਡੀ ਹੋ ਰਹੀ ਆ, ਦਿਨ ਬ ਦਿਨ
ਵੱਡੀ ਮਾਰਕੀਟ ਹੋ ਰਹੀ ਹੈ ਤਾਂ ਕੰਪੀਟੀਸ਼ਨ ਵੱਧ ਰਿਹਾ, ਹਰੇਕ ਚੀਜ਼ ਪਹਿਲਾਂ ਹੀ ਐਕਸੈਸ 'ਚ ਪੈਦਾ ਹੋ ਰਹੀ ਆ, ਤਾਂ ਤੁਹਾਨੂੰ ਇਨੋਵੇਟ ਕਰਨਾ ਪਊਗਾ। ਤੁਸੀਂ ਦੇਖੋ ਮਤਲਬ ਅਸੀਂ ਹੋਰ ਪ੍ਰੋਡਕਟਸ ਦੀ ਬਜਾਏ ਪਹਿਲਾਂ ਹਲਦੀ ਕਿਉਂ ਸ਼ੁਰੂ ਕੀਤੀ, ਕਿਉਂਕਿ ਅਸੀਂ ਮਹਿਸੂਸ ਕੀਤਾ ਵੀ ਦੇਖੋ ਹਲਦੀ ਹੈ ਜਿਹੜੀ, ਅਸੀਂ ਉਹਦੇ 'ਚ 2-3 ਫੈਕਟਰ ਦੇਖੇ। ਪਹਿਲੀ ਗੱਲ, ਪੰਜਾਬ ਦੀ ਫਸਲ ਨਹੀਂ, ਸਾਊਥ ਦੇ ਵਿੱਚੋਂ ਮਤਲਬ ਹਲਦੀ ਆ ਕੇ ਇੱਥੇ ਵਿਕਦੀ ਆ, ਠੀਕ ਹੈ। ਦੇਖੋ ਪਹਿਲਾ ਗੈਪ ਹੋ ਗਿਆ ਫਰਾਈਟ ਦਾ, ਜਿਹੜੀ ਟਰਾਂਸਪੋਰਟੇਸ਼ਨ ਪੈਂਦੀ ਆ। ਦੇਖੋ ਪਹਿਲੀ ਗੱਲ ਤਾਂ ਜਦੋਂ ਤੁਸੀਂ ਇੱਥੇ ਹਲਦੀ ਪੈਦਾ ਕਰ ਲਈ, ਤੁਹਾਨੂੰ ਟਰਾਂਸਪੋਰਟੇਸ਼ਨ ਬਚ ਗਈ, ਬਿਲਕੁਲ ਟਰਾਂਸਪੋਰਟੇਸ਼ਨ ਬਚ ਗਈ, ਉਹਨਾਂ ਖਰਚਾ ਘਟ ਗਿਆ ਤੁਹਾਡਾ ਤੇ ਉਹਨੇ ਤੁਹਾਡੀ ਕਮਾਈ ਵਧ ਗਈ, ਤੁਹਾਡਾ ਖਰਚਾ ਘਟ ਗਿਆ, ਕਮਾਈ ਵਧ ਗਈ, ਤੁਸੀਂ ਕੰਪੀਟੀਟਿਵ ਮਾਰਕੀਟ ਰੇਟ ਤੇ ਪ੍ਰੋਡਕਟ ਦੇ ਸਕਦੇ ਹੋ। ਹੁਣ ਅਸੀਂ ਪ੍ਰੋਡਕਟ ਦੇ ਰਹੇ ਹਾਂ 200 ਰੁਪਏ ਪਰ ਕੇਜੀ, ਇਟਸ ਅ ਵੈਰੀ ਕੰਪੀਟੀਟਿਵ ਪ੍ਰਾਈਸ। ਦੇਖੋ ਕਿਉਂਕਿ ਜਿਹੜੀ ਵੀ ਹਲਦੀ ਆ ਰਹੀ ਆ, ਜਾਨੀ ਘਟੀਆ ਤੋਂ ਘਟੀਆ ਕੁਆਲਿਟੀ ਜਿਹੜੀ ਮਿਲਾਵਟ ਵਾਲੀ ਹਲਦੀ ਵੀ ਆ ਰਹੀ ਆ, ਉਹਦਾ ਰੇਟ ਵੀ 200 ਨਹੀਂ ਹੈਗਾ, ਉਹ ਵੀ 200, 250, 250 ਰੁਪਏ ਰੇਟ ਆ। ਜਾਨੀ ਜਿਹੜਾ ਜਿਹਨੂੰ ਇਹ ਮੰਨਿਆ ਜਾਂਦਾ ਵੀ ਹਾਂ ਇਹ ਠੀਕ ਕੁਆਲਿਟੀ ਆ, ਉਹਦਾ ਰੇਟ 300 ਨੂੰ ਵੀ ਟੱਚ ਕਰਦਾ, ਪਰ ਅਸੀਂ 200 ਰੁਪਏ ਸੇਲ ਕਰ ਰਹੇ ਹਾਂ। ਅਸੀਂ ਕਿਉਂ ਕਰ ਪਾ ਰਹੇ ਹਾਂ? ਮੈਂ ਇਹ ਨਹੀਂ ਕਹਿ ਰਿਹਾ ਵੀ ਮਤਲਬ ਅਸੀਂ ਕੋਈ ਫ੍ਰੀ ਵੰਡ ਰਹੇ ਹਾਂ ਜਾਂ ਕੋਈ ਸੇਵਾ ਕਰ ਰਹੇ ਹਾਂ, ਇਹੋ ਜੀ ਕੋਈ ਗੱਲ ਨਹੀਂ ਹੈਗੀ। ਅਸੀਂ ਆਪਦਾ ਉਹੀ ਗੱਲ, ਫਿਰ ਜ਼ਿੰਮੇਵਾਰ ਖੇਤੀ ਵਾਲੀ ਗੱਲ ਇੱਥੇ ਵੀ ਆ ਜਾਂਦੀ ਆ। ਅਸੀਂ ਆਪਦਾ ਇੱਕ ਜੈਨੂਇਨ ਕੈਲਕੂਲੇਸ਼ਨ ਕਰਕੇ ਆਪਦਾ ਮਾਰਜਨ ਰੱਖਿਆ, ਅਸੀਂ ਉਸ ਬੇਸਿਸ ਤੇ ਆਪਦਾ ਰੇਟ ਕੈਲਕੂਲੇਟ ਕੀਤਾ। ਮਤਲਬ ਇਹ ਗੱਲ ਤਾਂ ਬਹੁਤ ਖੂਬਸੂਰਤ ਤੁਸੀਂ ਕੀਤੀ। ਆਪਣੇ ਜਿਹੜੇ ਕਿਸਾਨ ਆ ਉਹ ਸਿੱਧਾ ਝਾੜ ਦੇਖਦੇ ਆ, ਉਹ ਇਹ ਨਹੀਂ ਦੇਖਦੇ ਕਿ ਅਸੀਂ ਇਹਦੇ ਤੇ ਖਰਚਾ ਕਿੰਨਾ ਕਰਤਾ। ਬਿਲਕੁਲ ਬਿਲਕੁਲ। ਤੁਹਾਨੂੰ ਜਾਣੀ ਦੇਖੋ ਹੁਣ ਇਹ ਹਲਦੀ ਇੱਥੇ ਇੰਟਰੋਡਿਊਸ ਕਰਨ ਨਾਲ ਸਾਨੂੰ ਪਹਿਲੀ ਗੱਲ ਤਾਂ ਆਪਦੀ ਸਾਡੀ ਆਮਦਨ 'ਚ ਵਾਧਾ ਹੋ ਰਿਹਾ। ਮੈਂ ਜਾਣੀ ਜਿਹੜੀ ਕੈਲਕੂਲੇਸ਼ਨ ਕੀਤੀ ਆ ਤਾਂ ਅੰਦਾਜ਼ਨ ਅਸੀਂ 2 ਲੱਖ ਰੁਪਏ, 1.5 ਤੋਂ 2 ਲੱਖ ਰੁਪਇਆ ਬਚਤ ਕਰ ਸਕਦੇ ਹਾਂ ਹਲਦੀ ਦੀ ਖੇਤੀ 'ਚ। ਜੇ ਪ੍ਰਤੀ ਕਿੱਲਾ ਜੇ ਤੁਹਾਡਾ ਝਾੜ ਮਤਲਬ ਤੁਸੀਂ ਮਿਹਨਤ ਕਰਦੇ ਹੋ, ਤੁਹਾਡਾ ਝਾੜ ਵਧੀਆ, ਤਾਂ ਤੁਸੀਂ 1.5 ਤੋਂ 2 ਲੱਖ ਰੁਪਇਆ ਬੜੀ ਆਸਾਨੀ ਨਾਲ ਤੁਸੀਂ ਕਮਾ ਸਕਦੇ ਹੋ। ਪਰ ਉਹਦੇ 'ਚ ਜਿਹੜਾ ਕੈਚ ਆ, ਜਿਵੇਂ ਹਰੇਕ ਚੀਜ਼ ਦੇ ਵਿੱਚ ਕੈਚ ਹੁੰਦਾ, ਉਹ ਕੈਚ ਇਹ ਆ ਵੀ ਤੁਹਾਨੂੰ ਮਾਰਕੀਟ ਖੁਦ ਕਰਨਾ ਪਊਗਾ, ਤੁਹਾਨੂੰ ਜਾ ਕੇ ਵੇਚਣੀ ਪਊਗੀ। ਹੁਣ ਅਸੀਂ ਹਲਦੀ ਘਰੋਂ ਵੇਚ ਰਹੇ ਹਾਂ, ਸਾਡੇ ਕੋਲ ਘਰੇ ਆ ਕੇ ਜਿਹੜੇ ਕੋਈ ਜਾਣ ਪਛਾਣ ਦਾ ਬੰਦਾ ਉਹ ਘਰ ਤੋਂ ਹਲਦੀ ਲੈ ਜਾਂਦਾ। ਉਸ ਤੋਂ ਬਿਨਾਂ ਅਸੀਂ ਕੀ ਕਰਦੇ ਹਾਂ, ਅਸੀਂ ਹਰੇਕ ਸੈਟਰਡੇ ਸੰਡੇ ਆਪਦੀ ਗੱਡੀ 'ਚ ਹਲਦੀ ਧਰਦੇ ਹਾਂ, ਕਿਸੇ ਇੱਕ ਪਿੰਡ ਦੇ ਵਿੱਚ ਜਾਂਦੇ ਹਾਂ, ਉੱਥੇ ਗੁਰਦੁਆਰਾ ਸਾਹਿਬ 'ਚ ਖੜਦੇ ਹਾਂ, ਉੱਥੋਂ ਅਨਾਉਂਸਮੈਂਟ ਕਰਦੇ ਹਾਂ ਤੇ ਉੱਥੇ ਖੜ ਕੇ ਆਪਦੀ ਹਲਦੀ ਦੀ ਸੇਲ ਕਰਦੇ ਹਾਂ। ਬਿਲਕੁਲ ਠੀਕ ਹੈ, ਇਹ ਤੁਹਾਨੂੰ ਕਰਨਾ ਪਊਗਾ ਜੇ ਤੁਸੀਂ ਚਾਹੁੰਦੇ ਹੋ। ਇਸ ਚੀਜ਼ ਦੀ ਆਪਾਂ ਬਹੁਤ ਆਪਦੀ ਪੈਦਾ ਕੀਤੀ ਹੋਈ ਚੀਜ਼ ਨੂੰ ਵੇਚਣ ਲਈ ਸੰਗਦੇ ਆ, ਆਪਾਂ ਸੰਗਦੇ ਆ, ਕਿਉਂਕਿ ਇੱਕ ਅਸੀਂ ਤਾਂ ਖੇਤੀ ਕਰਨ ਤੋਂ ਸੰਗਣ ਲਾਤੇ। ਮਤਲਬ ਦੇਖੋ ਸਮਾਜ ਨੇ ਆਪਦੇ ਕੰਮ ਤੋਂ ਜਿਹੜਾ ਕਿ ਇਹਨਾਂ ਇੱਜ਼ਤ ਵਾਲਾ ਕੰਮ ਆ ਉਹ ਤੋਂ ਸੰਗਣ ਲੱਗ ਗਏ। ਕੋਈ ਵੀ ਜਿਹੜਾ ਕਨਸੈਪਟ ਆ, ਦੇਖੋ ਜੇ ਆਪਾਂ ਗੱਲ ਕਰੀਏ ਤਾਂ ਦੇਖੋ ਸਮਾਜ ਕੀ ਮਹਿਸੂਸ ਕਰਦਾ, ਉਹ ਚੀਜ਼ ਬੰਦੇ ਦੀ ਸੋਚ ਨੂੰ ਇਨਫਲੂਐਂਸ ਕਰਦੀ ਆ। ਇਸ ਤੋਂ ਅਸੀਂ ਭੱਜ ਨਹੀਂ ਸਕਦੇ। ਦੇਖੋ ਜਿਵੇਂ ਜੇ ਆਪਾਂ ਗੱਲ ਕਰੀਏ ਅੱਗ ਲਾਉਣ ਦੀ ਗੱਲ ਕਰੀਏ, ਦੇਖੋ ਜੇ ਲੋਕਾਂ 'ਚ ਅਵੇਅਰਨੈਸ ਹੋ ਰਹੀ ਆ ਵੀ ਅੱਗ ਲਾਉਣਾ ਮਾੜਾ, ਤਾਂ ਦਿਨ ਬ ਦਿਨ ਲੋਕ ਅੱਗ ਲਾਉਣੋਂ ਘਟਦੇ ਜਾ ਰਹੇ। ਇਹ ਅਵੇਅਰਨੈਸ ਦੀ ਗੱਲ ਆ। ਹੁਣ ਜੇ ਅਸੀਂ ਖੇਤੀ ਨੂੰ ਲੈ ਕੇ ਗੱਲ ਕਰੀਏ ਤਾਂ ਸਮਾਜ ਦੇ ਵਿੱਚ ਇਹ ਗੱਲ ਹੋ ਚੁੱਕੀ ਆ ਵੀ ਖੇਤੀ ਦਾ ਜੀ ਦੇਖੋ ਖੇਤੀ ਘਾਟੇ ਦਾ ਸੌਦਾ ਜੀ। ਖੇਤੀ ਦਾ ਜੀ ਕਹਿੰਦੇ ਜੀ ਪਹਿਲਾਂ ਕਹਾਵਤ ਸੀਗੀ ਉੱਤਮ ਖੇਤੀ ਦੀ, ਹੁਣ ਕਹਿੰਦੇ ਵੀ ਨਖਿੱਧ ਖੇਤੀ ਦੀ ਕਹਾਵਤ ਹੋ ਚੁੱਕੀ ਆ। ਜਾਣੀ ਲੋਕਾਂ ਦਾ ਇਹ ਮੰਨਣਾ ਵੀ ਮਿੱਟੀ ਨਾਲ ਮਿੱਟੀ ਹੋਣਾ, ਠੀਕ ਆ, ਐ ਆ ਮਤਲਬ। ਪਰ ਇਹੋ ਜੀ ਦੇਖੋ ਕੋਈ ਗੱਲ ਨਹੀਂ ਹੈਗੀ। ਇਸ ਵਾਰ ਦੇਖੋ ਲੇਬਰ ਸ਼ਾਰਟੇਜ ਸੀਗੀ। ਜੇ ਮੈਂ ਤੁਹਾਨੂੰ ਮਤਲਬ ਜਮਾ ਬਿਲਕੁਲ ਰਿਐਲਿਟੀ ਦੱਸ ਰਿਹਾ, ਅਸੀਂ ਬਿਲਕੁਲ ਰਿਕਮੈਂਡਡ ਡੋਜ਼ੇਜ਼ ਪੈਸਟੀਸਾਈਡ ਦੀਆਂ ਵਰਤਦੇ ਹਾਂ। ਅੱਛਾ। ਕਣਕ ਦੇ ਉੱਪਰ ਤੇਲੇ ਦੇ ਕੰਟਰੋਲ ਵਾਸਤੇ ਜਿੰਨੀ ਰਿਕਮੈਂਡਡ ਥਾਇਮੈਥੈਗਜ਼ਾਮ ਦੀ ਜਿੰਨੀ ਰਿਕਮੈਂਡਡ ਡੋਜ਼ ਆ ਮੈਂ ਉਹ ਵਰਤੀ ਆ। ਉਹਦੇ ਨਾਲ ਕੀ ਹੋਇਆ, ਮੇਰੇ ਮਿੱਤਰ ਕੀੜੇ ਨਹੀਂ ਮਰੇ ਤੇ ਮੇਰੇ ਤੇਲੇ ਦੀ ਰੀਸਰਜੈਂਸ ਨਹੀਂ ਹੋਈ, ਜਦੋਂ ਕਿ ਤੇਲੇ ਦੀ ਰੀਸਰਜੈਂਸ ਹੁੰਦੀ ਆ ਲੋਕਾਂ ਨੂੰ। ਕਿਉਂਕਿ ਤੁਸੀਂ ਕੀ ਕਰਦੇ ਹੋ, ਤੁਸੀਂ ਪੈਸਟੀਸਾਈਡ ਬਹੁਤ ਜ਼ਿਆਦਾ ਪਾ ਦਿੰਦੇ ਹੋ, ਉਹ ਲੇਡੀ ਬੱਗ ਨੂੰ ਵੀ ਮਾਰ ਦਿੰਦੀ ਆ, ਹੋਰਾਂ ਨੂੰ ਵੀ ਮਾਰ ਦਿੰਦੀ ਆ। ਮਤਲਬ ਇੱਥੋਂ ਹੀ ਮੈਂ ਕਹਿਣਾ ਚਾਹੁੰਦਾ ਵੀ ਤੁਹਾਨੂੰ ਜ਼ਿੰਮੇਵਾਰ ਖੇਤੀ ਕਰਨੀ ਚਾਹੀਦੀ ਆ, ਤਾਂ ਕਿ ਤੁਸੀਂ ਮਤਲਬ ਇਹੋ ਜਿਹੀ ਖੇਤੀ ਕਰ ਸਕੋ ਜਿਹੜੀ এনवायरमेंटਲੀ ਵੀ ਸਸਟੇਨੇਬਲ ਹੋਵੇ, ਇਕਨੋਮਿਕਲੀ ਵੀ ਸਸਟੇਨੇਬਲ ਹੋਵੇ। ਕਿ ਜੇ ਹੁਣ ਮੈਂ ਗੱਲ ਕਰਾਂ ਤਾਂ ਵੀਡ ਦੀ, ਤਾਂ ਮਤਲਬ ਦੇਖੋ ਗੁੱਲੀ ਡੰਡੇ ਦੀ ਦਿੱਕਤ ਪਿਛਲੇ 2-3 ਸਾਲਾਂ ਤੋਂ ਲੋਕਾਂ ਨੂੰ ਕਾਫੀ ਆ ਰਹੀ ਹੈ, ਕਿਉਂਕਿ ਅਸੀਂ ਇੱਕੋ ਵੀਡੀਸਾਈਡ ਵਰਤੀ ਗਏ ਆ ਤੇ ਸਾਡੀ ਰੈਜ਼ਿਸਟੈਂਸ ਆਉਣੀ ਸ਼ੁਰੂ ਹੋ ਗਈ ਆ। ਇਹ ਚੱਕਰ ਮਤਲਬ ਤੁਹਾਨੂੰ ਆ ਰਹੇ ਨੇ। ਹੁਣ ਉਹਦੇ 'ਚ ਕੀ ਆ, ਮਤਲਬ ਤੁਸੀਂ ਮਹਿੰਗੇ ਤੋਂ ਮਹਿੰਗਾ ਕੈਮੀਕਲ ਵੀ ਪਾ ਲਓ, ਪਰ ਜੇ ਤੁਹਾਡੀ ਐਪਲੀਕੇਸ਼ਨ ਦੀ ਸਟ੍ਰੈਟਜੀ ਸਹੀ ਨਹੀਂ ਹੈਗੀ ਤਾਂ ਤੁਸੀਂ ਉਹਨੂੰ ਕੰਟਰੋਲ ਨਹੀਂ ਕਰ ਸਕਦੇ। ਬਿਲਕੁਲ। ਅਸੀਂ ਕੀ ਕੀਤਾ, ਅਸੀਂ ਮਤਲਬ ਜਿਵੇਂ ਇੱਕ ਕੰਪਨੀ ਆ UPL, ਉਹਨੇ ਇੱਥੇ ਬੂਮ ਸਪਰੇਅਰ ਲਿਆਂਦੇ ਆ ਜਿਹੜੇ ਸੈਲਫ ਪ੍ਰੋਪੈਲਡ ਆ, ਮਤਲਬ ਟਰੈਕਟਰ ਵਰਗਾ ਬੂਮ ਸਪਰੇਅਰ ਆ। ਉਹਦੀ ਮੈਂ ਦੇਖਿਆ ਵੀ ਇਹਦੀ ਐਪਲੀਕੇਸ਼ਨ ਬਹੁਤ ਵਧੀਆ ਵੀਡੀਸਾਈਡ ਦੀ। ਮੈਂ ਉਹਦੇ ਨਾਲ ਪਿਛਲੇ 2 ਸਾਲਾਂ ਤੋਂ ਸਪਰੇਅ ਕਰਾ ਰਿਹਾ ਤੇ ਬਿਲਕੁਲ ਸਸਤੇ ਕੈਮੀਕਲ, ਜਿਵੇਂ ਟੋਟਲ ਵਰਗਾ ਸਸਤਾ ਕੈਮੀਕਲ, ਮਤਲਬ ਤੁਸੀਂ ਉਹਦੇ ਨਾਲ ਕੰਟਰੋਲ ਕਰ ਪਾ ਰਹੇ ਹੋ। ਜਿਹੜਾ ਤੁਸੀਂ ਇਹਦੇ ਚ ਇਨਪੁਟ ਵੀ ਉਹ ਕਰਦੇ ਹੋ, ਮਤਲਬ ਖਰਚੇ ਜਿਹੜੇ ਆ ਤੁਸੀਂ ਉਹ ਸੀਮਿਤ ਰੱਖੇ ਆ। ਖਰਚੇ ਘਟਾ ਰਿਹਾ। ਉਹ ਖਰਚੇ ਮੈਂ ਕਿਉਂ ਘਟਾ ਪਾ ਰਿਹਾ, ਕਿਉਂਕਿ ਮੈਂ ਪਹਿਲਾਂ ਫਸਲ ਵਿਗਿਆਨ ਦੀ ਪੜ੍ਹਾਈ ਕੀਤੀ ਆ। ਮੈਂ ਹੁਣ ਉਸ ਦੇਖੋ ਨੋ ਡਾਊਟ ਸਾਡੇ ਕੋਲੇ ਬਹੁਤ ਮਾਹਰ ਨੇ, ਖੇਤੀਬਾੜੀ ਮਹਿਕਮੇ ਕੋਲੇ ਮਾਹਰ ਨੇ, ਕ੍ਰਿਸ਼ੀ ਵਿਗਿਆਨ ਕੇਂਦਰਾਂ ਕੋਲੇ ਮਾਹਰ ਨੇ, ਬਿਲਕੁਲ ਮਾਹਰ ਨੇ। ਪਰ ਦੇਖੋ ਹੁਣ ਇੱਕ ਮਾਹਰ ਕੋਲੇ ਏਰੀਆ, ਹੁਣ ਤੁਹਾਡੇ ਕੱਲੇ ਦੇ ਖੇਤ ਦੇ ਵਿੱਚ ਆ ਕੇ ਜਾਂ ਹਰ ਇੱਕ ਖੇਤ ਨੂੰ ਉਹ ਨਹੀਂ ਮੋਨੀਟਰ ਕਰ ਸਕਦਾ। ਇਹ ਪੋਸੀਬਲ ਨਹੀਂ ਹੈਗਾ। ਇਹਦਾ ਮਤਲਬ ਤੁਹਾਨੂੰ ਆਪ ਖੇਤੀ ਮਾਹਰ ਬਣਨਾ ਪਊਗਾ। ਖੇਤੀ ਮਾਹਰ ਤੁਸੀਂ ਬਣੋਗੇ ਜੇ ਤੁਸੀਂ ਪੜੋਗੇ। ਜੇ ਤੁਸੀਂ ਪੜ ਲੈਂਦੇ ਹੋ ਫਿਰ ਤੁਸੀਂ ਕਹਿੰਦੇ ਹੋ ਮੈਂ ਖੇਤੀ ਨਹੀਂ ਕਰਨੀ, ਮੈਂ ਖੇਤੀ ਕਿਉਂ ਕਰਾਂ, ਖੇਤੀ ਦਾ ਮਾੜਾ ਕਿੱਤਾ। ਪਰ ਜਦੋਂ ਕਿ ਇਹ ਸੋਚ ਤੁਹਾਡੀ ਬਿਲਕੁਲ ਗਲਤ ਆ, ਇਹ ਗੱਲ ਹੈ ਹੀ ਨਹੀਂ। ਤੁਸੀਂ ਖੇਤੀ ਕਰੋ, ਪੜ੍ਹ ਲਿਖ ਕੇ ਖੇਤੀ ਕਰੋ,
ਬਹੁਤ ਵਧੀਆ ਖੇਤੀ ਹੁੰਦੀ ਆ। ਬਿਲਕੁਲ। ਇਹੋ ਜੀ ਕੋਈ ਗੱਲ ਹੈ ਹੀ ਨਹੀਂ ਕਿ ਖੇਤੀ ਨਾ ਹੋ ਸਕੇ। ਹਾਂ, ਬਹੁਤ ਵਧੀਆ ਜੀ, ਬਹੁਤ ਮਤਲਬ ਖੂਬਸੂਰਤ ਲੱਗਿਆ ਤੁਹਾਡੇ ਨਾਲ ਗੱਲਾਂ ਕਰਕੇ। ਬਹੁਤ ਧੰਨਵਾਦ। ਦਰਸ਼ਕੋ, ਆਪਾਂ ਦੇਖ ਸਕਦੇ ਹਾਂ ਕਿ MSc ਕੀਤੀ ਹੈ। MSc ਕਰਨ ਤੋਂ ਬਾਅਦ ਵੀ ਇਹਨਾਂ ਨੇ ਇੱਥੇ ਆ ਕੇ ਪਿੰਡ ਆ ਕੇ ਖੇਤੀ ਕੀਤੀ। ਲੋਕਾਂ ਨੇ ਮਿਹਣੇ ਵੀ ਮਾਰੇ ਵੀ ਕਿੱਧਰ ਪੜ੍ਹ ਲਿਖ ਕੇ ਤੁਸੀਂ ਖੇਤੀਆਂ 'ਚ ਪੈ ਗਏ ਹੋ। ਪਰ ਇਹਨਾਂ ਦੀ ਸਭ ਤੋਂ ਖੂਬਸੂਰਤ ਗੱਲ ਇਹ ਹੈ ਵੀ ਖੇਤੀ 'ਚ ਆਉਣ ਕਰਕੇ ਇਹਨਾਂ ਨੇ ਖੇਤੀ ਦੇ ਖਰਚੇ ਸੀਮਿਤ ਕਰ ਲਏ। ਆਪਾਂ ਜੇ ਖੇਤੀ ਦੀ ਪੜ੍ਹਾਈ ਕੀਤੀ ਹੋਊਗੀ ਤਾਂ ਆਪਾਂ ਨੂੰ ਪਤਾ ਹੋਊਗਾ ਵੀ ਅਸੀਂ ਇਹਦੇ ਤੇ ਜਿਹੜੇ ਖਰਚੇ ਕਰਨੇ ਆ, ਜਿਹੜੀਆਂ ਸਪਰੇਹਾਂ ਕਰਨੀਆਂ, ਜਿਹੜੀਆਂ ਖਾਦਾਂ ਪਾਉਣੀਆਂ, ਉਹ ਵਿੱਤੋਂ ਬਾਹਲੀਆਂ ਪਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤਾਂ ਕਰਕੇ ਸਾਡੇ ਕਿਸਾਨਾਂ ਦੇ ਮੁੰਡਿਆਂ ਨੂੰ ਜਿਹੜੇ ਪੜ੍ਹਨਾ ਚਾਹੁੰਦੇ ਆ, ਉਹਨਾਂ ਨੂੰ ਖੇਤੀਬਾੜੀ ਦੀਆਂ ਪੜ੍ਹਾਈਆਂ ਕਰਕੇ ਖੇਤੀ ਹੀ ਕਰਨੀ ਚਾਹੀਦੀ ਹੈ। ਇਸ ਦਾ ਇੱਕ ਫਾਇਦਾ ਹੋਰ ਵੀ ਹੈ, ਜਿਵੇਂ ਕਿ ਹੁਣ ਆਰਡੀਨੈਂਸ ਜਾਰੀ ਹੋਏ ਆ, ਉਹਦੇ 'ਚ ਕੀ ਹੈ ਕਿ ਪ੍ਰਾਈਵੇਟ ਬੰਦੇ ਆ ਜਾਣਗੇ, ਉਹ ਖੇਤੀ ਤੁਹਾਡੀ ਹਥਿਆ ਲੈਣਗੇ। ਪਰ ਜੇ ਅਸੀਂ ਪੜ੍ਹ ਲਿਖ ਕੇ ਸਾਡੇ ਬੱਚੇ ਖੇਤੀ ਕਰਨਗੇ, ਉਹ ਵੱਖਰੇ ਕਿਸਮ ਦੀ ਖੇਤੀ ਕਰਨਗੇ ਅਤੇ ਉਸ ਕਾਰਪੋਰੇਟਾਂ ਨੂੰ ਕੰਪੀਟੀਸ਼ਨ ਦੇਣਗੇ, ਤਾਂ ਸਾਡੀਆਂ ਜ਼ਮੀਨਾਂ ਸਾਡੇ ਹੱਥਾਂ 'ਚ ਰਹਿਣਗੀਆਂ। ਕੈਮਰਾਮੈਨ ਹਰਮਨ ਦੇ ਨਾਲ ਸਰਬਜੀਤ ਸਿੰਘ ਸਿੱਧੂ, ਬਰਨਾਲਾ।